ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਆਪਾਂ ਵਿਚਾਰ ਕਰ ਰਹੇ ਹਾਂ ਕਿ ਮੌਤ ਤੋਂ ਬਾਅਦ ਕੀ ਹੁੰਦਾ ਹੈ, ਮੌਤ ਦੇ ਬਾਅਦ ਕੀ ਹੁੰਦਾ ਹੈ। ਸੋ ਜੋ ਮੌਤ ਤੋਂ ਬਾਅਦ ਹੁੰਦਾ ਹੈ ਜੀਵ ਆਤਮਾ ਦੇ ਨਾਲ, ਉਸ ਦੀ ਕਥਾ ਆਪਾਂ ਹਿੰਦੂ ਰੀਤੀ ਅਨੁਸਾਰ, ਪੁਰਾਣਾ ਅਨੁਸਾਰ ਵੀ ਸਰਵਣ ਕੀਤੀ ਆ ਤੇ ਗੁਰਮਤ ਦੇ ਅਨੁਸਾਰ ਵੀ ਸਰਵਣ ਕਰ ਰਹੇ ਹਾਂ। ਸੋ ਹਿੰਦੂ ਰੀਤੀ ਦੇ ਅਨੁਸਾਰ ਉਸ ਦੇ 8 ਪੜਾਅ ਗਿਣੇ ਹਨ ਕਿ ਮਰ ਜਾਣ ਤੋਂ ਬਾਅਦ ਜੀਵ ਆਤਮਾ ਨੂੰ ਜਮਦੂਤ 8 ਤਰੀਕਿਆਂ ਦੇ ਨਾਲ ਰਸਤੇ ਦੇ ਵਿੱਚ ਸਜ਼ਾ ਦਿੰਦੇ ਆ, ਜਾਂ ਕਹਿ ਲਓ ਕਿ ਰਸਤੇ ਦੇ ਵਿੱਚ 8 ਤਰ੍ਹਾਂ ਦੀ ਸਟੈਪਸ ਆਉਂਦੇ ਆ ਵੀ ਤਰ੍ਹਾਂ ਦੇ ਨਾਲ ਉਸ ਨੂੰ ਤਕਲੀਫ ਮਿਲਦੀ ਆ ਮਨੁੱਖ ਜੀਵ ਆਤਮਾ ਨੂੰ। ਗੁਰਬਾਣੀ ਨੇ ਕਹਿ ਦਿੱਤਾ ਕਿ ਜੇ ਮਾਰ ਕੇ ਗਨੇ ਜਾਹੇ ਨਾ ਕੋਸਾ, ਕਿ ਜਿਸ ਰਸਤੇ ਦੀਆਂ ਕੋਹਾਂ ਮੀਲਾਂ ਨਹੀਂ ਗਿਣੀਆਂ ਜਾਂਦੀਆਂ, ਭਾਵੇਂ ਹਿੰਦੂ ਮਤ ਦੇ ਅਨੁਸਾਰ 86,000 ਯੋਜਨ ਕਿਹਾ ਹੈ, ਪਰ ਗੁਰਬਾਣੀ ਨੇ ਕਿਹਾ ਕਿ ਉਸ ਰਸਤੇ ਦੀਆਂ ਕੋਹਾਂ ਮੀਲਾਂ ਨਹੀਂ ਗਿਣੀਆਂ ਜਾ ਸਕਦੀਆਂ ਜਿਸ ਰਸਤੇ 'ਤੇ ਜੀਵ ਆਤਮਾ ਨੇ ਮਰ ਜਾਣ ਤੋਂ ਬਾਅਦ ਚਲੇ ਜਾਣਾ। ਸੋ ਇਸ 'ਤੇ ਵਿਚਾਰ ਆਪਾਂ ਕਰ ਰਹੇ ਹਾਂ ਅਤੇ ਇਹਨਾਂ 8 ਪੜਾਵਾਂ ਦੇ ਵਿੱਚੋਂ ਆਪਾਂ 5 ਪੜਾਵਾਂ ਦੀ ਕਥਾ ਸਰਵਣ ਕੀਤੀ ਹੈ ਗੁਰਬਾਣੀ ਦੇ ਪ੍ਰਮਾਣ ਦੇ ਕੇ, ਕਿਉਂਕਿ ਸਾਡੇ ਵਾਸਤੇ ਗੁਰਬਾਣੀ ਸ੍ਰੇਸ਼ਟ ਹੈ, ਸਾਡੇ ਵਾਸਤੇ ਗੁਰੂਆਂ ਦਾ ਉਪਦੇਸ਼ ਸ੍ਰੇਸ਼ਟ ਹੈ। ਵੀ ਜੋ ਗੁਰੂਆਂ ਨੇ ਸਾਨੂੰ ਕਿਹਾ ਅਸੀਂ ਉਸ ਨੂੰ ਮੰਨਣਾ, ਉਸ ਦੇ ਅਨੁਸਾਰ ਹੀ ਚੱਲਦੇ ਹਾਂ। ਤਾਂ ਭਾਵੇਂ ਇਹ ਪ੍ਰਮਾਣ ਲਏ ਆਪਾਂ ਹਿੰਦੂ ਰੀਤੀ ਦੇ ਵਿੱਚੋਂ, ਹਿੰਦੂ ਮਤ ਦੇ ਅਨੁਸਾਰ ਕਿ ਇਸ ਤਰ੍ਹਾਂ ਵੀ ਲਿਖਿਆ ਹੋਇਆ ਅਤੇ ਪੁਰਾਣਾਂ ਦੇ ਵਿੱਚ ਅਤੇ ਗੁਰਬਾਣੀ ਨੇ ਇਸ ਤਰ੍ਹਾਂ ਲਿਖਿਆ ਹੋਇਆ। ਗੱਲਾਂ ਦੋਵੇਂ ਆਪਣੀ ਆਪਣੀ ਜਗ੍ਹਾ 'ਤੇ ਸੱਚੀਆਂ ਹਨ, ਪਰ ਗੁਰਬਾਣੀ ਨੇ ਸਿਰਫ ਵਾਹਿਗੁਰੂ ਦੇ ਨਾਮ ਦੀ ਟੇਕ ਰੱਖ ਕੇ ਗੱਲ ਕੀਤੀ ਹੈ। ਸੋ ਹੁਣ ਤੱਕ ਆਪਾਂ ਜੋ ਵਿਚਾਰ ਕਰ ਰਹੇ ਹਾਂ ਮੌਤ ਦੇ ਬਾਅਦ ਕੀ ਹੁੰਦਾ ਹੈ, ਇਸ ਦੇ ਵਿੱਚ 8 ਪੜਾਵਾਂ ਦੀ ਗੱਲ ਚੱਲ ਰਹੀ ਹੈ, ਜਿਸ ਦੇ ਵਿੱਚੋਂ ਅਸੀਂ 5 ਪੜਾਵਾਂ ਦੀ ਕਥਾ ਸਰਵਣ ਕਰ ਚੁੱਕੇ ਹਾਂ। ਹੁਣ ਇਸ ਤੋਂ ਅੱਗੇ ਅਸੀਂ 6ਵੇਂ ਪੜਾਅ ਦੀ ਗੱਲ ਕਰਦੇ ਹਾਂ ਇਸ ਪਾਰਟ 2 ਦੇ ਵਿੱਚ। ਪਹਿਲਾਂ ਪਾਰਟ 1 ਸੀ, ਹੁਣ ਪਾਰਟ 2 ਦੇ ਵਿੱਚ ਆਪਾਂ 6ਵੇਂ ਪੜਾਅ ਦੀ ਗੱਲ ਕਰਦੇ ਹਾਂ। ਸੋ 6ਵਾਂ ਪੜਾਅ ਹਿੰਦੂ ਰੀਤੀ ਦੇ ਅਨੁਸਾਰ ਇਸ ਤਰ੍ਹਾਂ ਦੱਸਿਆ ਗਿਆ ਹੈ। ਜੋਜਨ 30 ਅਗਾੜੀ ਆਵੈ, ਜੋਜਨ 30 ਅਗਾੜੀ ਆਵੈ, ਅੰਧਕਾਰ ਤਹਿ ਕਛ ਨਾ ਲਖਾਵੈ, ਦੀਪ ਦਾਨ ਜੇ ਮੰਦਰ ਬਾਰੇ, ਤੀਰਥ ਮਹਿ ਜਾਂ ਠਾਕਰ ਦੁਆਰੇ, ਏਤੇ ਥਾਨ ਜੇ ਦੀਪ ਜਗਾਵੈ, ਤਿਨਹਿ ਉਜਾਰਾ ਤਾਹੇ ਹੋਇ ਆਵੈ। ਇਹ 6ਵਾਂ ਪੜਾਅ। ਸੋ ਇਸ 6ਵੇਂ ਪੜਾਅ ਦੇ ਵਿੱਚ ਹਿੰਦੂ ਰੀਤੀ ਦੇ ਅਨੁਸਾਰ, ਪੁਰਾਣਾਂ ਦੇ ਅਨੁਸਾਰ ਅੱਗੇ 30 ਯੋਜਨ ਲੰਮਾ ਰਸਤਾ ਦੱਸਿਆ ਕਿ 30 ਯੋਜਨ ਲੰਮਾ ਰਸਤਾ ਆਉਂਦਾ ਹੈ ਜੋ ਅੰਧਕਾਰ ਅਤੇ ਹਨੇਰੇ ਦੇ ਨਾਲ ਭਰਿਆ ਹੋਇਆ। ਜਿੱਥੇ ਹਨੇਰਾ ਹੀ ਹਨੇਰਾ ਹੈ, ਰੌਸ਼ਨੀ ਦੀ ਇੱਕ ਕਿਰਨ ਵੀ ਨਹੀਂ, ਕੁਛ ਵੀ ਦਿਖਾਈ ਨਹੀਂ ਦਿੰਦਾ। ਉਸ ਹਨੇਰੇ ਰਸਤੇ ਵਿੱਚ ਜੀਵ ਦਾ ਸੂਖਸ਼ਮ ਸਰੀਰ ਬਹੁਤ ਡਰਦਾ ਹੈ, ਉਸ ਦੇ ਪ੍ਰਾਣ ਡਰ ਨਾਲ ਵਿਆਕੁਲ ਹੁੰਦੇ ਹਨ। ਉਹ ਡਰ ਕਾਰਨ ਆਪਣੇ ਕਦਮਾਂ ਨੂੰ ਰੋਕਦਾ ਹੈ ਤਾਂ ਉਸ ਦੇ ਸਿਰ ਵਿੱਚ ਜਮਾਂ ਦੀ ਮਾਰ ਪੈਂਦੀ ਹੈ। ਸੋ ਇਸ 30,000 ਯੋਜਨ ਲੰਮੇ ਰਸਤੇ ਦੇ ਵਿੱਚ ਹੁਣ ਪੁਰਾਣਾਂ ਦੇ ਅਨੁਸਾਰ ਇਸ ਦਾ ਉਪਾਅ ਵੀ ਦੱਸਿਆ ਕਿ ਇਸ ਲੰਮੇ 30,000 ਯੋਜਨ ਲੰਮੇ ਰਸਤੇ ਵਿੱਚ ਜੋ ਹਨੇਰੇ ਵਾਲਾ ਰਸਤਾ ਹੈ, ਜਿੱਥੇ ਹਨੇਰਾ ਹੀ ਹਨੇਰਾ, ਇਸ ਤੋਂ ਕਿਵੇਂ ਬਚਿਆ ਜਾ ਸਕਦਾ। ਸੋ ਪੁਰਾਣਾਂ ਦੇ ਵਿੱਚ ਲਿਖਿਆ ਹੋਇਆ ਕਿ ਜੇ ਮਨੁੱਖ ਨੇ ਆਪਣੇ ਜੀਵਨ ਕਾਲ ਵਿੱਚ ਦੀਵੇ ਦਾਨ ਕੀਤੇ ਹਨ, ਕਿਸੇ ਮੰਦਰ ਵਿੱਚ ਜਾ ਕੇ ਦੀਵਾ ਬਾਲਿਆ, ਜੋਤ ਜਗਾਈ ਹੈ, ਕਿਸੇ ਤੀਰਥ ਸਥਾਨ ਉੱਤੇ ਜਾ ਕੇ ਦੀਵਾ ਬਾਲਿਆ, ਜਾਂ ਠਾਕੁਰ ਦੁਆਰੇ ਜਾ ਕੇ ਦੀਵਾ ਬਾਲਿਆ, ਜੇ ਇਹਨਾਂ ਥਾਵਾਂ ਉੱਤੇ ਦੀਵੇ ਬਾਲੇ ਹੋਣ ਜੀਵ ਨੇ,
ਜੋਤ ਜਗਾਈ ਹੋਵੇ। ਜਿਵੇਂ ਹੁਣ ਅਸੀਂ ਦੇਖਦੇ ਹਾਂ ਕਿ ਲੋਕ ਮੰਦਰਾਂ ਦੇ ਵਿੱਚ ਜਾ ਕੇ ਜੋਤ ਜਗਾਉਂਦੇ ਆ, ਦੀਵਾ ਜਗਾਉਂਦੇ ਆ। ਕਈ ਥਾਵਾਂ 'ਤੇ ਗੁਰਦੁਆਰਿਆਂ ਵਿੱਚ ਵੀ ਜੋਤਾਂ ਦੀਵੇ ਜਗਾਉਂਦੇ ਆ ਲੋਕ ਜਾ ਕੇ। ਤਾਂ ਜਾਂ ਧਾਰਮਿਕ ਸਥਾਨਾਂ 'ਤੇ ਜਾ ਕੇ ਕਹਿ ਲਓ, ਤੀਰਥਾਂ 'ਤੇ ਜਾ ਕੇ ਲੋਕ ਦੀਵੇ ਜਗਾਉਂਦੇ ਆ, ਪੱਤਲਾਂ ਦੇ ਵਿੱਚ ਦੀਵਾ ਰੱਖ ਕੇ ਪਾਣੀ 'ਚ ਪ੍ਰਵਾਹ ਕਰਦੇ ਆ ਗੰਗਾ ਦੇ ਵਿੱਚ। ਸੋ ਇਹਨਾਂ ਸਾਰਿਆਂ ਦਾ ਇਹੋ ਹੀ ਅਰਥ ਹੈ, ਪੁਰਾਣਾਂ ਦੇ ਵਿੱਚ ਇੱਦਾਂ ਦੱਸਿਆ। ਅਤੇ ਇਸੇ ਸੋਚ ਨੂੰ ਲੈ ਕੇ ਸ਼ਾਇਦ ਲੋਕ ਮੰਦਰਾਂ, ਠਾਕਰ ਦੁਆਰਿਆਂ, ਤੀਰਥ ਸਥਾਨਾਂ 'ਤੇ ਜਾ ਕੇ ਦੀਵੇ ਜੋਤਾਂ ਜਗਾਉਂਦੇ ਹਨ। ਸੋ ਇਸ ਵਾਸਤੇ ਜਗਾਉਂਦੇ ਹਨ ਕਿ ਜੇ ਇਹਨਾਂ ਥਾਵਾਂ ਦੇ ਉੱਤੇ ਦੀਵੇ ਜੋਤਾਂ ਜਗਾਈਆਂ ਹੋਣ ਤਾਂ ਜੀਵ ਨੂੰ ਇਸ ਹਨੇਰੇ ਰਸਤੇ ਵਿੱਚ ਉਹਨਾਂ ਦੀਵਿਆਂ ਦਾ ਚਾਨਣ ਸਹਾਈ ਹੁੰਦਾ। ਸੋ ਹਿੰਦੂ ਮਰਜ਼ਾਦਾ ਵਿੱਚ ਹੋਰ ਵੀ ਲਿਖਿਆ ਕਿ ਜਦੋਂ ਪ੍ਰਾਣੀ ਮਰਨ ਲੱਗਦਾ ਜਾਂ ਮਰ ਜਾਂਦਾ, ਜਦੋਂ ਪ੍ਰਾਣੀ ਮਰਨ ਲੱਗਦਾ ਜਾਂ ਮਰ ਜਾਂਦਾ ਤਾਂ ਉਸ ਨੂੰ ਮੰਜੇ ਤੋਂ ਹੇਠਾਂ ਉਤਾਰ ਲੈਂਦੇ ਹਨ। ਉਸ ਦੇ ਹੱਥ ਦੀ ਤਲੀ ਉੱਤੇ ਆਟੇ ਦਾ ਦੀਵਾ ਦੇਸੀ ਘਿਓ ਪਾ ਕੇ ਜਗਾ ਦਿੰਦੇ ਹਨ, ਜਾਂ ਉਸ ਦੇ ਸਿਰਹਾਣੇ ਜਗਾ ਦਿੰਦੇ ਹਨ। ਇਸ ਪਿੱਛੇ ਉਹਨਾਂ ਦੀ ਇਹ ਵਿਚਾਰ ਹੁੰਦੀ ਹੈ ਕਿ ਜਿਸ ਅਣਡਿੱਠੇ ਰਸਤੇ ਦੇ ਵਿੱਚ ਦੀ ਉਸ ਆਤਮਾ ਨੇ ਜਾਣਾ ਹੈ, ਜਿੱਥੇ ਹਨੇਰਾ ਹੀ ਹਨੇਰਾ ਹੋਵੇਗਾ, ਇਹ ਦੀਵਾ ਉਸ ਰਸਤੇ ਵਿੱਚ ਚਾਨਣ ਕਰੇਗਾ ਤੇ ਜੀਵ ਆਤਮਾ ਨੂੰ ਸੁੱਖ ਮਿਲੇਗਾ। ਜਾਂ ਉਸ ਦੇ ਮਰਨ ਉਪਰੰਤ 360 ਦੀਵੇ ਅਤੇ ਇਤਨੀਆਂ ਹੀ ਬੱਤੀਆਂ ਤੇਲ ਜਾਂ ਘਿਓ ਪਾ ਕੇ ਇੱਕੋ ਵਾਰ ਜਗਾ ਦਿੰਦੇ ਆ। ਹਿੰਦੂ ਰੀਤੀ ਅਨੁਸਾਰ ਇੱਦਾਂ ਵੀ ਲਿਖਿਆ ਹੋਇਆ ਹੈ ਕਿ ਬੰਦੇ ਦੇ ਮਰਨ ਜਾਣ ਤੋਂ ਬਾਅਦ 360 ਦੀਵੇ ਅਤੇ ਇੰਨੀਆਂ ਹੀ ਬੱਤੀਆਂ ਤੇਲ ਜਾਂ ਘਿਓ ਪਾ ਕੇ ਇੱਕੋ ਵਾਰ ਜਗਾਉਂਦੇ ਹਨ। ਸੇ ਇਸ ਪਿੱਛੇ ਉਹਨਾਂ ਦੀ ਇਹ ਸ਼ਰਧਾ ਹੁੰਦੀ ਹੈ ਕਿ ਇੱਕ ਸਾਲ ਵਿੱਚ ਮ੍ਰਿਤਕ ਜੀਵ ਨੇ ਪਿਤਰ ਲੋਕ ਤੱਕ ਪਹੁੰਚਣਾ ਹੁੰਦਾ ਹੈ। ਯਾਨੀ ਕਿ ਜਿੱਥੇ ਸਾਡੇ ਵੱਡੇ ਮਰ ਕੇ ਗਏ ਆ, ਉਹਨਾਂ ਦੀ ਸੋਚ ਹੈ ਕਿ ਜਿੱਥੇ ਸਾਡੇ ਵੱਡੇ ਪਿਤਰ ਜਨ ਮਰ ਕੇ ਗਏ ਹਨ, ਉੱਥੇ ਜੀਵ ਆਤਮਾ ਨੂੰ ਪਹੁੰਚਣ ਲੱਗਿਆ 1 ਸਾਲ ਲੱਗਦਾ। ਸੋ 365 ਦਿਨ ਜਾਂ 360 ਦਿਨ ਲੱਗਦੇ ਹਨ। ਇਸ ਵਾਸਤੇ ਇਹ 360 ਦੀਵੇ ਇੱਕ ਇੱਕ ਕਰਕੇ ਉਸ ਨੂੰ ਸਾਲ ਭਰ ਚਾਨਣ ਦਿੰਦੇ ਹੀ ਰਹਿਣਗੇ। ਸੋ ਇਹ ਉਹਨਾਂ ਦੀ ਵਿਚਾਰ ਹੈ। ਸੋ ਗੁਰਮਤਿ ਦੇ ਅਨੁਸਾਰ ਗੁਰਬਾਣੀ ਦੇ ਵਿੱਚ ਇਸ ਪ੍ਰਕਾਰ ਲਿਖਿਆ ਹੋਇਆ ਹੈ ਕਿ ਜਿਹ ਪੈਡੇ ਮਹਾ ਅੰਧ ਗੁਬਾਰਾ, ਹਰ ਕਾ ਨਾਮ ਸੰਗ ਉਜਿਆਰਾ। ਸੁਖਮਨੀ ਸਾਹਿਬ। ਜਹ ਪੈਡੇ ਮਹਾ ਅੰਧ ਗੁਬਾਰਾ, ਹਰ ਕਾ ਨਾਮ ਸੰਗ ਉਜਿਆਰਾ। ਸੋ ਅੱਗੇ ਵੀ ਗੁਰੂ ਸਾਹਿਬ ਜੀ ਦੀ ਪਾਵਨ ਬਾਣੀ ਵਿੱਚ ਇੱਕ ਹੋਰ ਲਿਖਿਆ 358 ਅੰਗ 'ਤੇ, ਦੀਵਾ ਮੇਰਾ ਏਕ ਨਾਮ ਦੁੱਖ ਵਿੱਚ ਪਾਇਆ ਤੇਲ, ਉਨ ਚਾਨਣ ਉਹ ਸੋਖਿਆ ਚੂਕਾ ਜਮ ਸਿਉ ਮੇਲ। ਸੋ ਇਹਨਾਂ ਪੰਕਤੀਆਂ ਦਾ ਅਰਥ ਇਸ ਪ੍ਰਕਾਰ ਹੈ ਕਿ ਜਦੋਂ ਸਥੂਲ ਸਰੀਰ ਨੂੰ ਛੱਡ ਕੇ ਸੂਖਸ਼ਮ ਸਰੀਰ ਰੂਪੀ ਜੀਵ ਇਸ ਸੰਸਾਰ ਤੋਂ ਜਾਂਦਾ ਹੈ ਤਾਂ ਉਸ ਦੇ ਰਸਤੇ ਵਿੱਚ ਜੋ ਅੰਧਕਾਰ ਵਾਲਾ ਸਮਾਂ ਆਉਂਦਾ ਹੈ, ਹਨੇਰੇ ਵਾਲਾ ਰਸਤਾ ਆਉਂਦਾ ਹੈ, ਜਿਸ ਪੈਂਡੇ ਵਿੱਚ ਮਹਾ ਭਿਆਨਕ ਅੰਧ ਗੁਬਾਰ ਹੁੰਦਾ ਹੈ, ਉੱਥੇ ਜੀਵ ਨੂੰ ਬਹੁਤ ਡਰ ਲੱਗਦਾ ਹੈ। ਗੁਰੂ ਜੀ ਫਰਮਾਨ ਕਰਦੇ ਹਨ ਕਿ ਜੇ ਮਨੁੱਖ ਨੇ ਆਪਣੇ ਜੀਵਨ ਕਾਲ ਵਿੱਚ ਪਰਮਾਤਮਾ ਦਾ ਨਾਮ ਜਪਿਆ, ਸਤਸੰਗ ਕੀਤੀ ਹੈ, ਜਾਂ ਫਿਰ ਉਸ ਦੇ ਫਲ ਵਜੋਂ ਜਿਵੇਂ ਲਿਖਿਆ ਜੈ ਪੈਡੇ ਮਹਾ ਅੰਧ ਗੁਬਾਰਾ, ਹਰ ਕਾ ਨਾਮ ਸੰਗ ਉਜਿਆਰਾ, ਜਿਸ ਮਨੁੱਖ ਨੇ ਪ੍ਰਮਾਤਮਾ ਦੇ ਨਾਮ ਦੀ ਭਗਤੀ ਕੀਤੀ, ਨਾਮ ਜਪਿਆ, ਸਤਸੰਗ ਕੀਤੀ ਹੈ, ਤਾਂ ਉਸ ਦੇ ਫਲ ਵਜੋਂ ਇਸ ਰਸਤੇ ਵਿੱਚ ਹਰੀ ਦੇ ਨਾਮ ਦਾ ਉਜਾਲਾ ਹੋ ਜਾਂਦਾ ਹੈ, ਚਾਨਣਾ ਹੋ ਜਾਂਦਾ ਹੈ। ਭਾਵ ਪ੍ਰਭੂ ਦਾ ਨਾਮ ਪ੍ਰਕਾਸ਼ ਰੂਪ ਵਿੱਚ ਉਸ ਦੀ ਅਗਵਾਈ ਕਰਦਾ ਹੈ। ਗੁਰੂ ਨਾਨਕ ਦੇਵ ਜੀ ਦਾ ਫਰਮਾਨ ਹੈ ਕਿ ਮੇਰੇ ਵਾਸਤੇ ਪ੍ਰਮਾਤਮਾ ਦਾ ਨਾਮ ਹੀ ਮੇਰਾ ਦੀਵਾ ਹੈ। ਜਿਵੇਂ ਹਿੰਦੂ ਰੀਤੀ ਦੇ ਅਨੁਸਾਰ ਮਨੁੱਖ ਦੇ ਮਰ ਜਾਣ ਤੋਂ ਬਾਅਦ ਉਸ ਦੇ ਹੱਥ ਉੱਤੇ ਜਾਂ ਉਸ ਦੇ ਸਿਰਹਾਣੇ ਦੀਵਾ ਜਗਾਇਆ ਜਾਂਦਾ, ਜਾਂ 365 ਦੀਵੇ ਜਗਾਏ ਜਾਂਦੇ ਹਨ। ਪਰ ਗੁਰੂ ਨਾਨਕ ਦੇਵ ਜੀ ਕਹਿੰਦੇ ਦੀਵਾ ਮੇਰਾ ਏਕ ਨਾਮ ਦੁੱਖ ਵਿੱਚ ਪਾਇਆ ਤੇਲ,
परमात्मा का नाम ही मेरा दीवा है, जो मेरी जिंदगी के रस्ते विच आत्मक रोशनी करता है। उस दीवे विच मैं दुख रूप तेल पाया होया है। परमात्मा के नाम रूपी चानन बत्ती नाल मेरा दुख रूप तेल सड़दा जांदा। जिहड़ा तेल है वो दुख है, ते परमात्मा के नाम की जो बत्ती है वो बत्ती दुखां दे तेल नूं साड़दी रहिंदी है। सड़ जाते हैं मेरे दुख उस प्रभु के नाम के दीवे दे विच। परमात्मा का नाम ही मेरा दीवा है अते जमा नाल मेरा संबंध भी इत्थे ही मुक जाता है। बस होर मेरा जमा दे नाल कोई संबंध नहीं है। सो इस तरह गुरमत ने कहा है कि दीवे जगाउण की लोड़ नहीं। 365 ਜਾਂ ਉਸ ਦੇ ਸਰਾਣੇ ਜਾਂ ਉਸ ਦੇ ਹੱਥ ਰੱਖ ਕੇ ਮ੍ਰਿਤਕ ਸਰੀਰ ਦੇ ਹੱਥ ਉੱਤੇ ਰੱਖ ਕੇ ਕੋਈ ਦੀਵਾ ਜਗਾਉਣ ਦੀ ਲੋੜ ਨਹੀਂ। ਬਸ ਮਨੁੱਖ ਆਪਣੇ ਜੀਵਨ ਕਾਲ ਦੇ ਵਿੱਚ ਪਰਮਾਤਮਾ ਦਾ ਨਾਮ ਜਪਦਾ ਰਵੇ, ਸਤਸੰਗ ਕਰਦਾ ਰਵੇ ਤੇ ਆਪਣੇ ਦੁੱਖਾਂ ਨੂੰ ਨਾਮ ਜਪ ਕੇ ਦੂਰ ਕਰਦਾ ਰਵੇ। ਬਸ ਇੱਥੇ ਹੀ ਫਿਰ ਇਸੇ ਜੀਵਨ ਕਾਲ ਦੇ ਵਿੱਚ ਹੀ ਮਨੁੱਖਾਂ ਦਾ ਜਮਦੂਤਾਂ ਦੇ ਨਾਲ ਉਹ ਸੰਬੰਧ ਟੁੱਟ ਜਾਂਦਾ। ਸੋ ਹੁਣ ਆਪਾਂ ਅੱਗੇ ਗੱਲ ਕਰਦੇ ਹਾਂ 7ਵੇਂ ਪੜਾਅ ਦੀ। ਸੋ 7ਵਾਂ ਪੜਾਅ ਹਿੰਦੂ ਰੀਤੀ ਦੇ ਅਨੁਸਾਰ, ਪੁਰਾਣਾਂ ਦੇ ਅਨੁਸਾਰ ਇਸ ਤਰ੍ਹਾਂ ਲਿਖਿਆ ਹੈ। ਜੋ ਜਨ 8 ਅਗਾਰੀ ਆਵੈ, ਆਂਡ ਬਾਂਡ ਘਾਟ ਦੇਖ ਘਬਰਾਵੈ। ਜੋ ਜਨ 8 ਅਗਾਰੀ ਆਵੈ, ਆਂਡ ਬਾਂਡ ਘਾਟ ਦੇਖ ਘਬਰਾਵੈ। ਕਿਨਹਿ ਚੜਾਊ ਕਿਨਹਿ ਗਹਿਨ ਉਤਾਰੇ, ਕਿਨਹਿ ਚੜਾਊ ਕਿਨਹਿ ਗਹਿਨ ਉਤਾਰੇ। ਹੋਤ ਬਿਕਲ ਤੇ ਪ੍ਰਾਣ ਅਪਾਰੇ। ਚੜਾਊ ਕਿਨਹਿ ਚੜਾਊ, ਚੜਾਊ ਦਾ ਮਤਲਬ ਚੜਾਈ ਆਉਂਦੀ ਹੈ। ਗਹਿਨ ਦਾ ਮਤਲਬ ਉਤਾਰੇ, ਬਹੁਤ ਡੂੰਘੀਆਂ ਡੂੰਘੀਆਂ ਖੱਡਾਂ ਨੀਵਾਂ ਥਾਂ ਆਉਂਦਾ। ਸੋ 7ਵੇਂ ਪੜਾਅ ਵਿੱਚ ਲਿਖਿਆ ਹੈ, ਹਿੰਦੂ ਰੀਤੀ ਦੇ ਅਨੁਸਾਰ ਪੁਰਾਣਾਂ ਦੇ ਵਿੱਚ ਲਿਖਿਆ ਹੈ ਕਿ ਅੱਗੇ ਯੋਜਨ 8 ਯੋਜਨ ਲੰਮਾ ਰਸਤਾ ਆਉਂਦਾ। 8 ਯੋਜਨ ਲੰਮਾ ਰਸਤਾ ਆਉਂਦਾ। ਸੋ 1 ਯੋਜਨ ਆਪਾਂ ਕਿੰਨੇ ਦਾ ਗਿਣਿਆ ਸੀ? 4 ਕੋਹ ਦਾ। ਸੋ 4 ਨੂੰ ਜਿਹੜਾ 8 ਨੂੰ ਆਪਾਂ ਗੁਣਾ ਕਰ ਲਈਏ 4 ਦੇ ਨਾਲ, ਸੋ ਉਨੇ ਮੀਲ ਬਣ ਜਾਂਦੇ ਆ। ਸੋ ਇਸ 8 ਯੋਜਨ ਲੰਮੇ ਰਸਤੇ ਦੇ ਵਿੱਚ ਜਿੱਥੇ ਟੋਏ ਟਿੱਬੇ, ਉੱਚੀਆਂ ਉੱਚੀਆਂ ਘਾਟੀਆਂ ਤੇ ਡੂੰਘੀਆਂ ਡੂੰਘੀਆਂ ਖਾਈਆਂ, ਕਿਤੇ ਚੜ੍ਹਾਈ ਤੇ ਕਿਤੇ ਨਿਵਾਣ ਹੈ, ਐਸੇ ਰਸਤੇ ਵਿੱਚ ਜੀਵ ਆਤਮਾ ਕਦੇ ਇੱਕਦਮ ਉੱਪਰ ਨੂੰ ਜਾਂਦੀ ਹੈ ਤੇ ਕਦੇ ਇੱਕਦਮ ਥੱਲੇ ਨੂੰ ਜਾਂਦੀ ਹੈ। ਇਸ ਤਰ੍ਹਾਂ ਦੀ ਕਿਰਿਆ ਵਾਰ-ਵਾਰ ਹੋਣ ਨਾਲ ਵਿਚਾਰੇ ਪ੍ਰਾਣ ਜੋ ਹਨ, ਜੋ ਜੀਵ ਆਤਮਾ, ਉਹ ਬਹੁਤ ਵਿਆਕਲ ਹੁੰਦੀ ਹੈ, ਬੇਅੰਤ ਦੁਖੀ ਹੁੰਦੀ ਹੈ, ਜਿਸ ਦਾ ਕੋਈ ਪਾਰ ਨਹੀਂ ਪਾਇਆ ਜਾਂਦਾ, ਕਿਹਾ ਨਹੀਂ ਜਾ ਸਕਦਾ। ਇਸ ਨਾਲ ਇਸ ਨੂੰ ਬਹੁਤ ਦੁੱਖ ਹੁੰਦਾ ਹੈ। ਸੋ ਗੁਰਬਾਣੀ ਨੇ ਇਸ ਪ੍ਰਥਾਏ ਇਸ ਪ੍ਰਕਾਰ ਲਿਖਿਆ ਹੋਇਆ। ਗੁਰਮਤਿ ਦੇ ਵਿੱਚ ਗੁਰਬਾਣੀ ਦਾ ਪ੍ਰਮਾਣ ਇਸ ਪ੍ਰਕਾਰ ਹੈ ਕਿ ਜੈ ਮਾਤ ਪਿਤਾ ਸੁਤ ਮੀਤ ਨ ਭਾਈ, ਮਨ ਊਹਾਂ ਨਾਮ ਤੇਰੇ ਸੰਗ ਸਹਾਈ। ਜੈ ਮਾਤ ਪਿਤਾ ਸੁਤ ਮੀਤ ਨ ਭਾਈ, ਮਨ ਊਹਾਂ ਨਾਮ ਤੇਰੇ ਸੰਗ ਸਹਾਈ। ਸੁਖਮਨੀ ਸਾਹਿਬ। ਜੇ ਮਾਰਗ ਇਹ ਜਾਤ ਅਕੇਲਾ, ਤੇ ਹਰ ਨਾਮ ਸੰਗ ਹੋਤ ਸੁਹੇਲਾ। ਐਸਾ ਨਾਮ ਮਨ ਸਦਾ ਧਿਆਈਐ, ਨਾਨਕ ਗੁਰਮੁਖ ਪਰਮੰਗਤ ਪਾਈਐ। ਸੁਖਮਨੀ ਸਾਹਿਬ। ਸੋ ਇਹਨਾਂ ਪੰਕਤੀਆਂ ਦਾ ਅਰਥ ਇਸ ਪ੍ਰਕਾਰ ਹੈ ਕਿ ਜਦੋਂ ਜੀਵ ਸਥੂਲ ਸਰੀਰ ਨੂੰ ਛੱਡ ਕੇ ਸੂਖਸ਼ਮ ਸਰੀਰ ਦੇ ਰਾਹੀਂ ਧਰਮਰਾਜ ਦੀ ਪੂਰੀ ਪਹੁੰਚਣ ਲਈ ਲੰਮਾ ਰਸਤਾ ਸ਼ੁਰੂ ਕਰਦਾ ਹੈ, ਲੰਮਾ ਸਫ਼ਰ ਸ਼ੁਰੂ ਕਰਦਾ ਹੈ, ਤਾਂ ਉਸ ਦੇ ਸਾਹਮਣੇ ਬਹੁਤ ਭਿਆਨਕ ਤੇ ਦੁੱਖ ਦੇਣ ਵਾਲੇ ਰਸਤੇ ਆਉਂਦੇ ਹਨ। ਜਾਣੋ ਕਿ ਜੇ ਉਸ ਦੇ ਰਸਤੇ ਵਿੱਚ ਉੱਚੀਆਂ ਚੋਟੀਆਂ ਵਾਲੀ ਅਤੇ ਡੂੰਘੀਆਂ ਖਾਈਆਂ ਵਾਲੀ ਮੰਜ਼ਿਲ ਆਉਂਦੀ ਹੈ, ਤਾਂ ਉਸ ਥਾਂ ਉੱਤੇ ਤੁਰਨ ਵਿੱਚ ਉਸ ਨੂੰ ਬਹੁਤ ਤਕਲੀਫ ਹੁੰਦੀ ਹੈ। ਉੱਚੇ ਨੀਵੇਂ ਥਾਵਾਂ ਵਿੱਚ ਉਸ ਨੂੰ ਠਿੱਡੇ ਵੱਜਦੇ ਹਨ, ਤਾਂ ਉਸ ਵੇਲੇ ਉਹ ਸਹਾਰਾ ਭਾਲਦਾ ਹੈ। ਜਿਵੇਂ ਕੋਈ ਇਸ ਮਾਤ ਲੋਕ ਵਿੱਚ ਬਹੁਤ ਥੱਕ ਜਾਂਦਾ ਹੈ, ਜਾਂ ਉਸ ਦਾ ਪੈਰ ਉੱਚੇ ਨੀਵੇਂ ਥਾਂ ਉੱਤੇ ਵੱਜਦਾ ਹੈ, ਤਾਂ ਕੋਈ ਨਾ ਕੋਈ ਉਸ ਦਾ ਆਪਣਾ
ਭੈਣ ਭਰਾ, ਮਾਂ ਬਾਪ, ਪੁੱਤਰ ਮਿੱਤਰ ਆ ਕੇ ਉਸ ਨੂੰ ਆਪਣੇ ਮੋਢੇ ਦਾ ਸਹਾਰਾ ਦੇ ਦਿੰਦਾ ਹੈ ਅਤੇ ਉਸ ਨੂੰ ਤੁਰਨ ਵਿੱਚ ਸਹਾਰਾ ਮਿਲ ਜਾਂਦਾ ਹੈ। ਇਸ ਪ੍ਰਕਾਰ ਜੀਵ ਨੂੰ ਇਸ ਮਾਤਲੋਕ ਦੇ ਵਿੱਚ ਜੀਵਨ ਵਿੱਚ ਰਹਿੰਦਿਆਂ ਹੋਇਆਂ। ਪਰ ਇੱਥੇ ਤਾਂ ਇਹਨਾਂ ਸਾਰਿਆਂ ਵਿੱਚੋਂ ਕੋਈ ਵੀ ਸਹਾਰਾ ਦੇਣ ਵਾਲਾ ਨਹੀਂ ਹੈ। ਜਿਹੜੇ ਰਸਤੇ 'ਤੇ ਜੀਵ ਆਤਮਾ ਨੇ ਜਾਣਾ ਹੈ, ਭਾਵੇਂ ਮਾਤਲੋਕ ਵਿੱਚ ਸਰੀਰ ਕਰਕੇ ਜਦੋਂ ਮਨੁੱਖ ਨੂੰ ਤਕਲੀਫ ਹੁੰਦੀ ਹੈ ਤੁਰਨ ਫਿਰਨ ਵਿੱਚ, ਤਾਂ ਉਸ ਦਾ ਕੋਈ ਨਾ ਕੋਈ ਆ ਕੇ ਮੋਢਾ ਦੇ ਦਿੰਦਾ, ਸਹਾਰਾ ਦੇ ਦਿੰਦਾ। ਪਰ ਮਰਨ ਤੋਂ ਬਾਅਦ ਜਿਹੜੇ ਰਸਤੇ 'ਤੇ ਉਬੜ ਖੈਬੜ ਰਸਤੇ 'ਤੇ ਜਦੋਂ ਜੀਵ ਆਤਮਾ ਨੇ ਜਾਣਾ ਹੈ, ਉੱਥੇ ਤਾਂ ਇਹੋ ਜਿਹਾ ਕੋਈ ਵੀ ਨਹੀਂ ਹੈ ਇਸ ਨੂੰ ਸਹਾਰਾ ਦੇਣ ਵਾਲਾ। ਗੁਰੂ ਜੀ ਕਹਿੰਦੇ ਹਨ ਕਿ ਜਿੱਥੇ ਮਾਂ ਬਾਪ ਜਹ ਮਾਤ ਪਿਤਾ ਸੁਤ ਮੀਤ ਨ ਭਾਈ, ਜਿੱਥੇ ਮਾਂ ਬਾਪ, ਪੁੱਤਰ ਮਿੱਤਰ, ਭੈਣ ਭਰਾ ਕੋਈ ਵੀ ਸਹਾਰਾ ਦੇਣ ਵਾਲਾ ਨਹੀਂ ਹੁੰਦਾ, ਹੇ ਮੇਰੇ ਮਨ, ਉੱਥੇ ਪ੍ਰਭੂ ਦਾ ਨਾਮ ਹੀ ਤੇਰੀ ਸਹਾਇਤਾ ਕਰੇਗਾ। ਤੇਰਾ ਸੰਗੀ ਸਾਥੀ ਬਣਦਾ ਹੈ, ਉਹੀ ਤੇਰੀ ਸਹਾਇਤਾ ਕਰਦਾ ਹੈ, ਉਹੀ ਤੇਰਾ ਆਪਣਾ ਹੈ। ਬਸ ਉੱਥੇ ਨਾਮ ਹੀ ਤੇਰਾ ਆਪਣਾ ਹੈ। ਇਸ ਦੁਨੀਆ 'ਤੇ ਤਾਂ ਤੂੰ ਆਪਣੇ ਬਹੁਤ ਬਣਾਏ ਸੀ, ਸਭ ਨੂੰ ਕਹਿੰਦਾ ਸੀ ਉਹ ਮੇਰਾ ਆਪਣਾ, ਆ ਮੇਰਾ ਆਪਣਾ, ਪਰ ਉਸ ਦੁਨੀਆ ਦੇ ਵਿੱਚ ਤਾਂ ਭਾਈ ਕੋਈ ਵੀ ਤੇਰਾ ਆਪਣਾ ਨਹੀਂ ਹੈ। ਉੱਥੇ ਤਾਂ ਤੇਰਾ ਨਾਮ ਹੀ ਤੇਰਾ ਆਪਣਾ ਹੈ, ਉੱਥੇ ਤਾਂ ਵਾਹਿਗੁਰੂ ਦਾ ਨਾਮ ਹੀ ਤੇਰਾ ਆਪਣਾ। ਜਿਨ੍ਹਾਂ ਰਾਹਾਂ ਵਿੱਚ ਇਹ ਜੀਵ ਇਕੱਲਾ ਹੀ ਜਾਂਦਾ, ਕੋਈ ਸਹਾਇਤਾ ਕਰਨ ਵਾਲਾ ਨਹੀਂ ਹੁੰਦਾ, ਉੱਥੇ ਪ੍ਰਭੂ ਦਾ ਨਾਮ ਇਸ ਦੇ ਨਾਲ ਨਾਲ ਚੱਲਦਾ ਹੈ ਅਤੇ ਸੁੱਖ ਦੇਣ ਵਾਲਾ ਬਣ ਜਾਂਦਾ ਹੈ। ਸੋ ਇਸ ਕਰਕੇ ਹੇ ਮੇਰੇ ਮਨ, ਤੂੰ ਸੁੱਖ ਦੇਣ ਵਾਲੇ ਨਾਮ ਨੂੰ ਸਦਾ ਹੀ ਜਪਣਾ ਕਰ। ਪੰਜਵੇਂ ਗੁਰੂ ਨਾਨਕ ਸ੍ਰੀ ਗੁਰੂ ਅਰਜਨ ਦੇਵ ਜੀ ਬਚਨ ਕਰਦੇ ਹਨ ਕਿ ਗੁਰਮੁਖਾਂ ਦੇ ਰਾਹੀਂ ਗੁਰੂ ਦਾ ਨਾਮ ਜਪਿਆ ਕਰ, ਜਿਸ ਦੇ ਫਲ ਵਜੋਂ ਤੈਨੂੰ ਇੱਥੇ ਵੀ ਅਤੇ ਉੱਥੇ ਵੀ ਉੱਚਾ ਦਰਜਾ ਪ੍ਰਾਪਤ ਹੋਵੇਗਾ। ਇਸ ਪ੍ਰਥਾਏ ਗੁਰੂ ਜੀ ਇੱਕ ਹੋਰ ਫਰਮਾਨ ਕਰਦੇ ਹਨ ਕਿ ਬਨ ਪਿਹਾਵਲੈ ਹਿਕ ਸਾਥੀ ਲੱਦਮ, ਦੁੱਖ ਹਰਤਾ ਹਰ ਨਾਮਾ। ਕਿੰਨਾ ਸੋਹਣਾ ਬਚਨ ਹੈ ਸਤਿਗੁਰਾਂ ਦਾ। ਬਨ ਪਿਹਾਵਲੈ ਇੱਕ ਸਾਥੀ ਲੱਦਮ, ਦੁੱਖ ਹਰਤਾ ਹਰ ਨਾਮਾ, ਬਲ ਬਲ ਜਾਈ ਸੰਤ ਪਿਆਰੇ, ਨਾਨਕ ਪੂਰਨ ਕਾਮਾ। ਸਤਿਗੁਰਾਂ ਦਾ ਇਹ ਬਚਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 519 ਉੱਪਰ ਸੁਭਾਈਮਾਨ ਹੈ। ਗੁਰੂ ਗ੍ਰੰਥ ਸਾਹਿਬ ਪੇਜ 519। ਇਹ ਬਚਨ ਸਤਿਗੁਰਾਂ ਦਾ ਕਿੰਨਾ ਸੋਹਣਾ ਲਿਖਿਆ ਹੋਇਆ। ਸੋ ਜਿਸ ਦਾ ਅਰਥ ਹੈ ਕਿ ਇਸ ਸੰਸਾਰ ਰੂਪੀ ਡਰਾਉਣੇ ਜੰਗਲ ਵਿੱਚ ਮੈਨੂੰ ਵਾਹਿਗੁਰੂ ਦਾ ਨਾਮ ਰੂਪੀ ਇੱਕ ਸੱਚਾ ਸਾਥੀ ਲੱਭ ਗਿਆ, ਸੱਚਾ ਮਿੱਤਰ ਲੱਭ ਗਿਆ, ਜੋ ਦੁੱਖਾਂ ਦਾ ਨਾਸ਼ ਕਰਨ ਵਾਲਾ। ਮੈਂ ਬਲਿਹਾਰੀ ਤੇ ਸਦਕੇ ਜਾਂਦਾ ਹਾਂ ਉਹਨਾਂ ਗੁਰਮੁਖ ਸੰਤ ਪਿਆਰਿਆਂ ਤੋਂ, ਜਿਨ੍ਹਾਂ ਦੇ ਰਾਹੀਂ ਸਤਿਗੁਰਾਂ ਕੋਲੋਂ ਮੇਰੇ ਉੱਤੇ ਮਿਹਰ ਹੋਈ ਹੈ ਅਤੇ ਮੇਰਾ ਕਾਰਜ ਸਿਰੇ ਚੜ੍ਹ ਗਿਆ। ਸੋ ਇਹ ਸੀਗਾ 7ਵਾਂ ਪੜਾਅ। ਹੁਣ ਆਪਾਂ 8ਵੇਂ ਪੜਾਅ ਦੀ ਗੱਲ ਕਰਦੇ ਹਾਂ। ਹਿੰਦੂ ਮਤ ਦੇ ਅਨੁਸਾਰ, ਪੁਰਾਣਾਂ ਦੇ ਅਨੁਸਾਰ 8ਵੇਂ ਪੜਾਅ ਦੀ ਇਸ ਪ੍ਰਕਾਰ ਗੱਲ ਕੀਤੀ ਹੈ। ਜੋ ਜਨ ਸਹਿਸ 18 ਆਗੇ, ਤਪ ਭਾਨ ਅਤ ਤਾਪਹਿ ਲਾਗੈ, ਕੂਪ ਬੌਲੀ ਜੇ ਖਨਵਾਵਹਿ, ਤਾਲ ਬੰਧਾਏ ਪਿਆਓ ਬੈਠਾਵਹਿ, ਤਿਨੇ ਤਹਾਂ ਸਭ ਬਿਦ ਸੀਤ ਲਾਈ, ਜੇ ਨਿਜ ਘਰ ਗਏ ਬਿਰਖ ਲਗਾਈ। ਇਹ ਵੀ ਬਹੁਤ ਸੋਹਣਾ ਲਿਖਿਆ ਹੋਇਆ ਹੈ ਪੁਰਾਣਾਂ ਦੀ ਮੱਤ ਦੇ ਅਨੁਸਾਰ ਕਿ ਜੋ ਜਨ ਸਹਿਸ 18 ਆਗੇ, 18,000 ਯੋਜਨ ਲੰਮਾ ਰਸਤਾ ਅੱਗੇ, ਤਪਤਾ ਭਾਨਾਤ ਤਾਪਹਿ ਲਾਗੇ, ਉੱਥੇ ਹਜ਼ਾਰਾਂ ਸੂਰਜਾਂ ਦੀ ਤਪਸ਼ ਜਿੰਨੀ ਗਰਮੀ ਹੈ। ਫਿਰ ਉਹਦਾ ਪੁੰਨ ਦੀ ਗੱਲ ਕੀਤੀ, ਕਹਿੰਦੇ ਕੂਪ ਬੌਲੀ ਜੇ ਖਨਵਾਵਹੀਂ, ਤਾਲ ਬੰਧਾਏ ਪਿਆਓ ਬਿਠਾਵਹੀਂ, ਤਿਨਹਿ ਤਹਾਂ ਸਭ ਬਿਧ ਸੀਤ ਲਾਈ, ਜੇ ਨਿਜ ਘਰ ਗਏ ਬਿਰਖ ਲਗਾਈ। ਇਸ ਚੌਪਾਈ ਦਾ ਅਰਥ ਹੈ ਕਿ 8ਵੇਂ ਪੜਾਅ ਵਿੱਚ ਅੱਗੇ 18,000 ਯੋਜਨ ਲੰਮਾ ਰਸਤਾ ਆਉਂਦਾ ਹੈ। ਹੁਣ ਇਸ ਨੂੰ ਅੱਗੇ ਆਪਾਂ ਨਾਲ ਆਪਾਂ ਕਿਲੋਮੀਟਰ ਸਮਝਣ ਵਾਸਤੇ 4 ਨਾਲ ਗੁਣਾ ਕਰਦੇ ਜਾਈਏ। ਸੋ ਇਸ 18,000 ਯੋਜਨ ਲੰਮੇ ਰਸਤੇ ਵਿੱਚ
ਜਿੱਥੇ ਹਜ਼ਾਰਾਂ ਸੂਰਜਾਂ ਦੀ ਗਰਮੈਸ਼ ਜਿੰਨੀ ਤਪਸ਼ ਹੈ, ਗਰਮੀ ਹੈ, ਜਿੱਥੇ ਬਹੁਤ ਗਰਮੀ ਲੱਗਦੀ ਹੈ ਅਤੇ ਪ੍ਰਾਣਾਂ ਨੂੰ ਅੱਗ ਵਾਂਗ ਸਾੜਦੀ ਹੈ। ਸੂਖਸ਼ਮ ਸਰੀਰ ਬੇਹੋਸ਼ ਹੋ ਕੇ ਡਿੱਗਦਾ ਹੈ ਇਸ ਗਰਮੀ ਦੇ ਨਾਲ, ਇਸ ਤਪਸ਼ ਦੇ ਨਾਲ। ਇਸ ਦੁਨੀਆ ਵਿੱਚ ਸਾਡੇ ਕੋਲੋਂ ਇੱਕ ਸੂਰਜ ਦੀ ਗਰਮੀ ਨਹੀਂ ਝੱਲੀ ਜਾਂਦੀ। ਜਦੋਂ ਮਾਤ ਲੋਕ ਦੇ ਸੂਰਜ ਦੀ ਗਰਮੀ 50 ਡਿਗਰੀ ਉੱਤੇ ਪਹੁੰਚ ਜਾਂਦੀ ਹੈ ਤਾਂ ਲੋਕਾਂ ਦੀਆਂ ਮੌਤਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ। ਪਰ ਜਦੋਂ ਉਸ 8ਵੇਂ ਪੜਾਅ ਵਿੱਚ ਜੀਵ ਆਤਮਾ ਨੂੰ ਹਜ਼ਾਰਾਂ ਸੂਰਜਾਂ ਦੀ ਤਪਸ਼ ਝੱਲਣੀ ਪੈਂਦੀ ਹੈ ਤਾਂ ਸਮਝੋ ਕਿ ਕਿੰਨਾ ਮੁਸ਼ਕਲ ਹੋਏਗਾ। ਸੂਖਸ਼ਮ ਜੀਵ ਪਸ਼ੂਆਂ ਦੇ ਮਾਸ ਵਾਂਗ ਭੁੰਨਿਆ ਜਾਂਦਾ ਹੈ। ਜਿਵੇਂ ਅਸੀਂ ਕਬਾਬ ਭੁੰਨਦੇ ਨਾ ਤੰਦੂਰਾਂ ਦੇ ਵਿੱਚ, ਪਸ਼ੂਆਂ ਦਾ ਮਾਸ ਭੁੰਨਦੇ ਹਾਂ, ਤੰਦੂਰਾਂ ਦੇ ਵਿੱਚ ਕਬਾਬ ਬਣਾਉਂਦੇ ਹਾਂ, ਬਸ ਐ ਸਮਝ ਲਓ ਵੀ ਉਹ ਜੀਵ ਆਤਮਾ ਜਿਹੜੀ ਹੈ ਨਾ, ਉਹ ਪਸ਼ੂਆਂ ਦੇ ਮਾਸ ਵਾਂਗ ਭੁੰਨੀ ਜਾਂਦੀ ਹੈ ਇੰਨੇ ਸੂਰਜਾਂ ਦੀ ਤਪਸ਼ ਦੇ ਨਾਲ, ਤੇ ਵਾਰ-ਵਾਰ ਮਰ ਜਾਂਦਾ ਜੀਵ। ਹਿੰਦੂ ਮਰਜ਼ਾਦਾ ਵਿੱਚ ਲਿਖਿਆ ਹੈ ਕਿ ਇਸ 8ਵੇਂ ਪੜਾਅ ਵਾਲੀ ਹਜ਼ਾਰਾਂ ਸੂਰਜਾਂ ਦੀ ਗਰਮੀ ਤੋਂ ਬਚਣ ਲਈ ਜਿਸ ਮਨੁੱਖ ਨੇ ਆਪਣੇ ਜੀਵਨ ਕਾਲ ਵਿੱਚ ਜਿਉਂਦਿਆਂ ਹੋਇਆਂ ਲੋਕਾਂ ਦੀ ਪਿਆਸ ਬੁਝਾਉਣ ਵਾਸਤੇ ਖੂਹ ਲਵਾਏ ਹਨ, ਬੌਲੀਆਂ ਬਣਵਾਈਆਂ ਹਨ, ਤਲਾਬ ਬਣਵਾਏ ਹਨ, ਜਾਂ ਸਾਂਝੀਆਂ ਥਾਵਾਂ ਉੱਤੇ ਜਿਵੇਂ ਬੱਸ ਅੱਡਿਆਂ ਉੱਤੇ, ਵੱਡੇ ਰਸਤਿਆਂ ਉੱਤੇ, ਟ੍ਰੇਨਾਂ ਦੇ ਸਟੇਸ਼ਨਾਂ ਉੱਤੇ ਪਾਣੀ ਦੇ ਪਿਆਓ ਲਗਾਏ ਹੁੰਦੇ ਹਨ, ਉਹਨਾਂ ਨੂੰ ਇਸ ਰਸਤੇ ਵਿੱਚ ਸਾਰੀਆਂ ਵਿਧੀਆਂ ਨਾਲ ਇੱਥੇ ਠੰਡਕ ਮਿਲਦੀ ਜਾਂਦੀ ਹੈ। ਦੇਖੋ, ਇਹ ਰੀਤੀ ਸਾਡੇ ਵਿੱਚ ਵੀ ਪ੍ਰਚਲਿਤ ਹੈਗੀ ਹੈ, ਅਸੀਂ ਵੀ ਲਵਾਉਣੇ ਆ। ਖੂਹ ਬਣਵਾਉਂਦੇ ਹੁੰਦੇ ਸੀ ਲੋਕ, ਪਹਿਲਾਂ ਖੂਹ ਬਣਾਏ ਜਾਂਦੇ ਸਨ, ਸਾਰਾ ਪਿੰਡ ਰਲ ਕੇ ਖੂਹ ਬਣਾਉਂਦਾ ਸੀ ਵੀ ਆਉਂਦਾ ਜਾਂਦਾ ਰਾਹੀ ਪਾਂਦੀ ਪਾਣੀ ਪੀਂਦਾ ਜਾਵੇ, ਪਸ਼ੂਆਂ ਨੂੰ ਪਾਣੀ ਮਿਲੇ ਪੀਣ ਵਾਸਤੇ। ਇੱਥੋਂ ਰਾਜਸਥਾਨ ਦੇ ਵਿੱਚ ਬੌਲੀਆਂ ਬਣਾਉਂਦੇ ਹੁੰਦੇ ਸੀਗੇ। ਹੁਣ ਤਾਂ ਰਿਵਾਜ ਹੀ ਨਹੀਂ, ਨਾ ਖੂਹ ਦਾ ਰਿਵਾਜ ਨਾ ਬੌਲੀ ਦਾ ਰਿਵਾਜ। ਸੋ ਰਾਜਸਥਾਨ ਦੇ ਵਿੱਚ ਬੌਲੀਆਂ ਬਣਾਈਆਂ ਜਾਂਦੀਆਂ ਤਾਂ ਕਿ ਰਾਹੀਆਂ ਪਾਂਦੀਆਂ ਨੂੰ, ਪਸ਼ੂਆਂ ਨੂੰ, ਜਾਨਵਰਾਂ ਨੂੰ ਪੀਣ ਵਾਸਤੇ ਪਾਣੀ ਮਿਲਦਾ ਰਹੇ ਗਰਮੀਆਂ ਦੇ ਵਿੱਚ। ਤਲਾਅ ਬਣਾਏ ਜਾਂਦੇ ਸੀ, ਸਰੋਵਰ ਬਣਾਏ ਜਾਂਦੇ ਸੀ, ਸਾਂਝੀਆਂ ਥਾਵਾਂ ਉੱਤੇ, ਬੱਸ ਅੱਡਿਆਂ ਉੱਤੇ ਪਿਆਓ ਲਗਾਏ ਜਾਂਦੇ ਸੀ। ਅੱਜ ਕੱਲ੍ਹ ਵੀ ਹੁਣ ਰਿਵਾਜ ਹੈਗਾ, ਚਲੋ ਇਹ ਪਿਆਓ ਵਾਲਾ ਰਿਵਾਜ ਤਾਂ ਹੈਗਾ ਵੀ ਜਦੋਂ ਗਰਮੀਆਂ ਆ ਜਾਂਦੀਆਂ ਤਾਂ ਹਰ ਇੱਕ ਪਿੰਡ ਦੇ ਬੱਸ ਅੱਡੇ ਉੱਤੇ ਪਿਆਓ ਲਗਾਇਆ ਜਾਂਦਾ। ਲੋਕ ਬੱਸਾਂ ਦੇ ਵਿੱਚ ਪਾਣੀ ਪਿਆਉਂਦੇ, ਲੋਕਾਂ ਨੂੰ ਠੰਡਾ ਪਾਣੀ ਪਿਆਉਂਦੇ ਆ ਗਰਮੀ ਤੋਂ ਬਚਣ ਵਾਸਤੇ। ਆਇਆ ਗਿਆ ਰਾਹੀ ਪਾਂਦੀ, ਸਾਈਕਲ ਵਾਲਾ, ਰਿਕਸ਼ੇ ਵਾਲਾ, ਟਾਂਗੇ ਵਾਲਾ, ਮੋਟਰਸਾਈਕਲ ਵਾਲਾ, ਕਾਰ ਵਾਲਾ ਪਾਣੀ ਪੀ ਲੈਂਦਾ। ਸੋ ਪਿਆਓ ਤਾਂ ਅੱਜ ਵੀ ਦੇਖ ਸਕਦੇ ਅਸੀਂ, ਰੇਲਵੇ ਸਟੇਸ਼ਨਾਂ 'ਤੇ ਲੱਗੇ ਹੁੰਦੇ ਆ, ਬੱਸ ਅੱਡਿਆਂ 'ਤੇ ਲੱਗੇ ਹੁੰਦੇ ਆ, ਪਿੰਡ ਦੇ ਬੱਸ ਅੱਡਿਆਂ 'ਤੇ ਲੱਗੇ ਹੁੰਦੇ ਆ। ਸੋ ਇਹ ਪੁੰਨ ਦਾ ਕੰਮ ਤਾਂ ਅਸੀਂ ਅੱਜ ਵੀ ਕਰਦੇ ਹਾਂ। ਭਾਵੇਂ ਸਾਨੂੰ ਇਸ ਦੀ ਡੂੰਘੀ ਜਾਣਕਾਰੀ ਨਹੀਂ ਹੈ, ਪਰ ਸਾਡੇ ਅੰਤਰ ਆਤਮਾ ਦੇ ਵਿੱਚ, ਸਾਡੀ ਬੁੱਧੀ ਦੇ ਵਿੱਚ ਇਹ ਪੁੰਨ ਦੇ ਕਰਮ ਕਰਨ ਵਾਸਤੇ ਵਿਚਾਰ ਪੱਕੀ ਬਣੀ ਹੋਈ ਹੈ। ਸੋ ਇਹਨਾਂ ਸਾਰਿਆਂ ਦਾ ਪਿਆਓ ਲਗਾਉਣਾ, ਖੂਹ ਬਣਾਉਣਾ, ਬੌਲੀ ਬਣਾਉਣੀ, ਤਲਾਅ ਬਣਾਉਣੇ, ਇਹਨਾਂ ਸਾਰਿਆਂ ਦਾ ਇਸ ਪਿੱਛੇ ਇੱਕੋ ਹੀ ਮਤਲਬ ਹੁੰਦਾ ਸੀ ਕਿ ਇਸ ਤਰ੍ਹਾਂ ਕਰਨ ਦੇ ਨਾਲ ਸਾਨੂੰ ਅੱਗੇ ਸਹਾਈ ਹੋਵੇਗਾ, ਸਾਨੂੰ ਪੁੰਨ ਮਿਲੇਗਾ। ਅਸੀਂ ਬਸ ਇੰਨਾ ਹੀ ਕਹਿ ਕੇ ਛੱਡ ਦਿੰਦੇ ਹਾਂ, ਪਰ ਸਾਨੂੰ ਨਹੀਂ ਪਤਾ ਹੁੰਦਾ, ਪਰ ਕਰਮ ਇਹ ਜ਼ਰੂਰ ਕਰਦੇ ਹਾਂ ਅਸੀਂ। ਅਤੇ ਇਸ ਤਰੀਕੇ ਦੇ ਨਾਲ ਭਾਈ ਜਿਨ੍ਹਾਂ ਨੇ ਆਪਣੇ ਜੀਵਨ ਕਾਲ ਦੇ ਵਿੱਚ ਖੂਹ ਲਵਾਏ ਹੁੰਦੇ ਆ, ਬੌਲੀਆਂ ਬਣਵਾਈਆਂ ਹੁੰਦੀਆਂ, ਆਪਣੇ ਵਿੱਤ ਦੇ ਅਨੁਸਾਰ ਕਿਸੇ ਨੇ ਤਲਾਅ ਬਣਾ ਲਿਆ, ਜ਼ਿਆਦਾ ਪੈਸੇ ਹੈ ਬੌਲੀ ਬਣਵਾ ਦਿੱਤੀ, ਖੂਹ ਲਵਾਤਾ। ਜੇ ਥੋੜ੍ਹੇ ਪੈਸੇ ਹੈ ਤਾਂ ਪਿੰਡ ਤੋਂ ਬਾਹਰ ਪਿਆਓ ਲਵਾ ਦਿੰਦੇ ਆ ਰਸਤੇ ਦੇ ਉੱਤੇ, ਅਤੇ ਆਉਂਦਾ ਜਾਂਦਾ ਰਾਹੀ ਪਾਣੀ ਪੀਂਦਾ ਰਹੇ। ਸੋ ਇਸ ਪੁੰਨ ਦੇ ਬਦਲੇ ਕੀ ਹੁੰਦਾ ਹੈ ਕਿ ਮਰਨ ਤੋਂ ਬਾਅਦ ਜੀਵ ਆਤਮਾ ਨੂੰ ਉਸ ਹਜ਼ਾਰਾਂ ਸੂਰਜਾਂ ਦੀ ਤਪਸ਼ ਵਾਲੇ ਰਸਤੇ ਦੇ ਵਿੱਚ ਠੰਡਕ ਮਿਲਦੀ ਹੈ, ਉਹ ਗਰਮੀ ਨਹੀਂ ਲੱਗਦੀ। ਜਿਨ੍ਹਾਂ ਨੇ ਸਕੂਲਾਂ, ਮੰਦਰਾਂ, ਧਰਮਸ਼ਾਲਾ ਅਤੇ ਸਾਂਝੀਆਂ ਥਾਵਾਂ ਉੱਤੇ ਬਿਰਖ ਲਗਵਾਏ ਹਨ, ਉਹਨਾਂ ਨੂੰ ਵੀ ਇਸ ਰਸਤੇ ਵਿੱਚ ਹਜ਼ਾਰਾਂ ਸੂਰਜਾਂ ਦੀ ਭਾਰੀ ਗਰਮੀ ਤੋਂ ਰਾਹਤ ਮਿਲਦੀ ਹੈ। ਸੋ ਬਿਰਖ ਲਗਾਉਣ ਦਾ ਵੀ ਅੱਜ ਰਿਵਾਜ ਹੈਗਾ, ਭਾਵੇਂ ਅਸੀਂ ਹੋਰ ਤਰੀਕੇ ਦੇ ਨਾਲ ਲਾਉਂਦੇ ਹਾਂ,
ਕਿ ਗਰੀਨਰੀ ਵਧਾਓ, ਫਿਰ ਬਾਰਿਸ਼ਾਂ ਜ਼ਿਆਦਾ ਹੋਣਗੀਆਂ, ਸੋ ਗਰਮੀ ਘੱਟ ਲੱਗੂਗੀ। ਸੋ ਭਾਵੇਂ ਸਾਡਾ ਇਸ ਦੇ ਪਿੱਛੇ ਇਹੋ ਹੀ ਮਕਸਦ ਹੁੰਦਾ ਹੈ, ਪਰ ਧਾਰਮਿਕ ਤੌਰ 'ਤੇ ਸਾਡੇ ਜਿਹੜੇ ਸਰੀਰ ਦੇ ਵਿੱਚ, ਸਾਡੇ DNA ਦੇ ਵਿੱਚ ਇਹ ਧਾਰਨਾ ਪੱਕੀ ਬਣੀ ਹੋਈ ਹੈ ਕਿ ਦਰਖਤ ਲਗਾਉਣੇ ਚਾਹੀਦੇ। ਸਕੂਲ ਦੇ ਵਿੱਚ ਦਰਖਤ ਲਗਾਓ, ਬੱਚੇ ਛਾਵੇਂ ਬੈਠਣਗੇ, ਗਰਮੀ ਤੋਂ ਬਚਣਗੇ। ਮੰਦਰਾਂ ਦੇ ਵਿੱਚ ਦਰਖਤ ਲਗਾਓ, ਪੁੰਨ ਹੋਊਗਾ। ਧਰਮਸ਼ਾਲਾ ਦੇ ਵਿੱਚ ਸਾਂਝੀਆਂ ਥਾਵਾਂ 'ਤੇ ਬਿਰਖ ਲਗਾਓ, ਦਰਖਤ ਲਾਓ, ਠੰਡੀ ਛਾਂ ਲੋਕ ਲੈਣਗੇ, ਦੁਆਵਾਂ ਦੇਣਗੇ, ਪੁੰਨ ਲੱਗੇਗਾ। ਸੋ ਇਹਨਾਂ ਸਾਰੀਆਂ ਚੀਜ਼ਾਂ ਦੇ ਪਿੱਛੇ ਇਹੋ ਹੀ ਮਕਸਦ ਹੁੰਦਾ ਸੀ ਕਿ ਸਾਨੂੰ ਭਾਵੇਂ ਦੀ ਡੈਫੀਨੇਸ਼ਨ ਨਹੀਂ ਕਰਨੀ ਆਉਂਦੀ ਸਾਡੇ ਬਜ਼ੁਰਗਾਂ ਨੂੰ, ਜਾਂ ਅੱਜ ਸਾਨੂੰ ਵੀ ਨਹੀਂ ਕਰਨੀ ਆਉਂਦੀ, ਹੈ ਨਾ, ਵੀ ਇਹ ਸਮਝਾਉਣਾ ਨਹੀਂ ਆਉਂਦਾ ਗਾ, ਜਾਂ ਅਸੀਂ ਸਮਝਾਉਣਾ ਚਾਹੁੰਦੇ ਨਹੀਂ ਹਾਂ। ਅਸੀਂ ਕਹਿੰਦੇ ਹਾਂ ਕਿ ਇਹ ਪਿਛਲੀਆਂ ਗੱਲਾਂ ਸਾਰੀਆਂ ਰੂੜੀਵਾਦੀ ਗੱਲਾਂ ਨਹੀਂ, ਰੂੜੀਵਾਦੀ ਗੱਲਾਂ ਨਹੀਂ। ਅਸੀਂ ਗੱਲਾਂ, ਇਹ ਕੰਮ ਜੋ ਕਰਦੇ ਹਾਂ, ਇਸ ਦੇ ਪਿੱਛੇ ਇੱਕ ਪਿਛੋਕੜ, ਪ੍ਰਾਚੀਨ ਅਤੇ ਇਤਿਹਾਸਕ ਮਕਸਦ ਛੁਪਿਆ ਹੁੰਦਾ ਹੈ। ਸੋ ਇਹ ਗਰਮੀ ਤੋਂ ਬਚਣ ਵਾਸਤੇ ਅਸੀਂ ਲਾਉਂਦੇ ਹਾਂ, ਜਿਸ ਦੇ ਪੁੰਨ ਫਲ ਦੇ ਵਿੱਚੋਂ ਸ਼ਾਸਤਰਾਂ ਦੇ ਅਨੁਸਾਰ ਉਸ ਹਜ਼ਾਰਾਂ ਤਪਸ਼ ਵਾਲੀ ਰਸਤੇ ਦੀ ਗਰਮੀ ਤੋਂ ਸਾਡਾ ਬਚਾਅ ਹੋ ਜਾਂਦਾ ਹੈ। ਗੁਰਬਾਣੀ ਨੇ ਪਰ ਇਸ ਪ੍ਰਕਾਰ ਲਿਖਿਆ, ਇਸ ਦਾ ਪ੍ਰਮਾਣ ਗੁਰਬਾਣੀ ਨੇ ਇਸ ਪ੍ਰਕਾਰ ਦਿੱਤਾ, ਜੈ ਮਹਾ ਭਿਆਨ ਤਪਤ ਬਹੁ ਕਾਮ, ਤੈ ਹਰ ਕੇ ਨਾਮ ਕੀ ਤੁਮ ਉਪਰ ਸ਼ਾਮ। ਸੁਖਮਣੀ ਸਾਹਿਬ। ਤੈ ਹਰ ਕੇ ਨਾਮ ਕੀ ਤੁਮ ਉਪਰ ਸ਼ਾਮ। ਅੱਗੇ ਹਰ ਹਰ ਜਨ ਕੈ ਓਟ ਸਤਾਣੀ, ਹਰ ਪ੍ਰਤਾਪ ਜਨ ਅਵਰ ਨ ਜਾਣੀ। ਸੁਖਮਣੀ ਸਾਹਿਬ। ਸੋ ਇਹਨਾਂ ਪੰਕਤੀਆਂ ਦਾ ਅਰਥ ਹੈ, ਜਦੋਂ ਜੀਵ ਸਥੂਲ ਸਰੀਰ ਨੂੰ ਛੱਡ ਕੇ ਅਤੇ ਸੂਖਸ਼ਮ ਸਰੀਰ ਨੂੰ ਲੈ ਕੇ ਧਰਮਰਾਜ ਦੀ ਪੁਰੀ ਨੂੰ ਚਾਲੇ ਪਾਉਂਦਾ ਹੈ, ਤਾਂ ਉਸ ਦੇ ਰਸਤੇ ਵਿੱਚ ਇੱਕ ਸਮਾਂ ਇਹੋ ਜਿਹਾ ਵੀ ਆਉਂਦਾ ਹੈ ਕਿ ਜਿੱਥੇ ਬਹੁਤ ਗਰਮੀ ਹੁੰਦੀ ਹੈ, ਹਜ਼ਾਰਾਂ ਸੂਰਜਾਂ ਦੀ ਤਪਸ਼ ਹੁੰਦੀ ਹੈ। ਸੋ ਗੁਰੂ ਜੀ ਕਹਿੰਦੇ, ਜਹ ਮਹਾ ਭਿਆਨ ਤਪਤ ਬਹੁ ਕਾਮ, ਬਹੁਤ ਭਿਆਨਕ ਤਪਸ਼ ਹੈ, ਹਜ਼ਾਰਾਂ ਸੂਰਜਾਂ ਦੀ। ਬਹੁਤ ਗਰਮੈਸ਼ ਹੁੰਦੀ ਹੈ। ਤੇ ਗੁਰੂ ਜੀ ਕਹਿੰਦੇ ਹਨ ਕਿ ਜਿੱਥੇ ਹਜ਼ਾਰਾਂ ਸੂਰਜਾਂ ਦੀ ਭਿਆਨਕ ਤਪਸ਼ ਹੁੰਦੀ ਹੈ, ਜੋ ਜੀਵ ਕੋਲੋਂ ਸਹਾਰੀ ਨਹੀਂ ਜਾਂਦੀ, ਉੱਥੇ ਹਰੀ ਪਰਮਾਤਮਾ ਦਾ ਨਾਮ ਹੀ ਉਸ ਉੱਪਰ ਛਾਂ ਆ ਬਣਦਾ ਹੈ। ਵਾਹਿਗੁਰੂ ਦਾ ਨਾਮ ਉਸ ਉੱਪਰ ਛਾਂ ਬਣ ਕੇ ਉਸ ਨੂੰ ਠੰਡਕ ਪਹੁੰਚਾਉਂਦਾ ਹੈ। ਜਿਸ ਜੀਵ ਨੇ ਦਾਸ ਰੂਪ ਹੋ ਕੇ ਪ੍ਰਮਾਤਮਾ ਦੇ ਨਾਮ ਦੀ ਓਟ ਸ਼ਰਨ ਤੱਕੀ ਹੈ, ਵਾਹਿਗੁਰੂ ਨੂੰ ਹੀ ਸਰਬ ਸ਼ਕਤੀਮਾਨ ਜਾਣਿਆ ਅਤੇ ਹੋਰ ਕਿਸੇ ਦਾ ਆਸਰਾ ਨਹੀਂ ਲਿਆ, ਤਾਂ ਵਾਹਿਗੁਰੂ ਉਹਨਾਂ ਨੂੰ ਇਹੋ ਜਿਹੇ ਰਸਤੇ ਦੇਖਣੇ ਹੀ ਨਹੀਂ ਦਿੰਦਾ। ਸੋ ਉਹਨਾਂ ਵਾਸਤੇ ਇਹ ਗੱਲ ਪ੍ਰਚਲਿਤ ਹੈ। ਸੋ ਜਿਹੜੇ ਵਾਹਿਗੁਰੂ ਦੇ ਮਾਰਗ 'ਤੇ ਚੱਲਦੇ ਹਨ, ਉਹਨਾਂ ਨੂੰ ਇਹ ਰਸਤਾ ਦੇਖਣਾ ਹੀ ਨਹੀਂ ਪੈਂਦਾ। ਜਿਹੜੇ ਪ੍ਰਮਾਤਮਾ ਦੇ ਮਾਰਗ 'ਤੇ ਨਹੀਂ ਚੱਲਦੇ, ਉਸ ਦਾ ਨਾਮ ਨਹੀਂ ਜਪਦੇ, ਉਹਨਾਂ ਨੂੰ ਇਹ ਸਾਰੇ 8 ਪੜਾਅ ਜਿਹੜੇ ਆਪਾਂ ਸਰਵਣ ਕੀਤੇ ਆ, ਇਹ ਉਹਨਾਂ ਨੂੰ ਦੇਖਣੇ ਪੈਂਦੇ ਆ। ਜਿਹੜੇ ਪਾਪੀ ਲੋਕ, ਮਨਮੁਖ ਲੋਕ, ਚੁਗਲ ਲੋਕ, ਬੁਰੇ ਕੰਮ ਕਰਨ ਵਾਲੇ ਲੋਕ, ਰੱਬ ਤੋਂ ਬੇਮੁਖ ਲੋਕ ਹਨ, ਉਹਨਾਂ ਵਾਸਤੇ ਇਹ 8 ਪੜਾਅ ਹਨ। ਸੋ ਅੱਗੇ ਇੱਕ 9ਵਾਂ ਸਟੈਪ ਹੋਰ ਹੈਗਾ। 8 ਪੜਾਅ ਪੂਰੇ ਹੋ ਗਏ, ਹੁਣ ਜੀਵ ਧਰਮਰਾਜ ਦੀ ਪੁਰੀ ਦੇ ਨੇੜੇ ਪਹੁੰਚ ਗਿਆ। ਸੋ ਹਿੰਦੂ ਰੀਤੀ ਦੇ ਅਨੁਸਾਰ, ਪੁਰਾਣਾਂ ਦੇ ਅਨੁਸਾਰ, ਉਹ ਜੋ ਨਦੀ ਹੈ ਧਰਮਰਾਜ ਦੀ ਪੁਰੀ ਦੇ ਨੇੜੇ ਹੈ, ਜਿੱਥੇ ਧਰਮਰਾਜ ਬੈਠ ਕੇ ਲੋਕਾਂ ਦਾ ਲੇਖਾ ਜੋਖਾ ਕਰਦਾ ਹੈ, ਉਸ ਪੁਰੀ ਦੇ ਵਿੱਚ ਦੇ ਨੇੜੇ ਇੱਕ ਰਸਤਾ ਹੋਰ ਆਉਂਦਾ। ਸੋ ਉਹ ਡਿਸਟੈਂਸ ਨੂੰ ਇਸ ਤਰ੍ਹਾਂ ਪੁਰਾਣਾਂ ਦੇ ਵਿੱਚ ਲਿਖਿਆ ਹੋਇਆ, ਸਹਿਸ 86 ਇਹ ਬਿਦ ਜਾਈ, ਸਹਿਸ 86 ਇਹ ਬਿਦ ਜਾਈ, ਯਾਨੀ ਕਿ 86,000 ਯੋਜਨ ਲੰਮਾ ਰਸਤਾ ਤੈਅ ਕਰਕੇ ਇਹ ਜੀਵ ਆਤਮਾ ਇਸ ਤਰ੍ਹਾਂ ਦੇ ਨਾਲ 8 ਪੜਾਵਾਂ 'ਤੇ ਆਪਣੀ ਪਨਿਸ਼ਮੈਂਟ ਦਾ ਦੁੱਖ ਦਰਦ ਸਹਾਰਦੀ ਹੋਈ
ਆਪਣੇ ਰਸਤੇ ਨੂੰ ਤੈਅ ਕਰਕੇ ਉੱਥੇ ਪਹੁੰਚ ਜਾਂਦੀ ਹੈ। ਕਿੱਥੇ? ਗਇਓ ਵਿਪਰ ਤਹਿ ਅਤ ਘਬਰਾਈ। ਵਿਪਰ ਮਤਲਬ ਸਾਡਾ ਮਰਿਆ ਹੋਇਆ ਪੁਰਸ਼, ਵਿਪਰ ਬਾਪ ਮਾਂ ਜਾਂ ਹੋਰ ਕੋਈ। ਸਹਿਸ 86 ਇਹ ਬਿਦ ਜਾਈ, ਗਇਓ ਵਿਪਰ ਤਹਿ ਅਤ ਘਬਰਾਈ। ਆਗੇ ਏਕ ਨਦੀ ਗੰਭੀਰਾ, ਵੈਤਰਣੀ ਜਮਪੁਰੀ ਕੇ ਤੀਰਾ। ਮजा ਰੁਦਰ ਭਰਾ ਤਿਹ ਮਾਹੀ, 100 ਯੋਜਨ ਵਿਸਥਾਰ ਵਿਖਾਹੀ। ਇਹ 86,000 ਯੋਜਨ ਤੋਂ ਵੱਖਰਾ ਰਸਤਾ 100 ਯੋਜਨ ਦਾ। ਇਹ 100 ਯੋਜਨ ਦੇ ਲੰਮੇ ਚੌੜੇ ਰਸਤੇ ਦੇ ਵਿੱਚ ਇੱਕ ਨਦੀ ਵਗਦੀ ਹੈ ਤੇ ਇਸ ਨਦੀ ਦਾ ਨਾਮ ਹੈ ਵੈਤਰਣੀ, ਜੋ ਜਮਪੁਰੀ ਦੇ ਕਿਨਾਰੇ ਤੇ ਹੈ। ਇਸ ਕਿਨਾਰੇ ਤੇ ਜੀਵ ਆਤਮਾ ਨੂੰ ਲੈ ਕੇ ਜਮਦੂਤ ਖੜੇ ਹਨ ਤੇ ਇਸ ਨਦੀ ਦੇ ਦੂਸਰੇ ਕਿਨਾਰੇ ਤੇ ਜੋ 100 ਯੋਜਨ ਚੌੜੀ ਹੈ, ਦੂਸਰੇ ਕਿਨਾਰੇ ਤੇ ਜਮਪੁਰੀ ਜਾਣੀ ਕਿ ਧਰਮਰਾਜ ਦਾ ਦਰਬਾਰ ਹੈ। ਸੋ ਇਸ ਦਾ ਅਰਥ ਇਸ ਪ੍ਰਕਾਰ ਬਣਦਾ ਹੈ ਕਿ ਇਸ ਤਰ੍ਹਾਂ ਪ੍ਰਾਣਾ ਰੂਪੀ ਜੀਵ 86,000 ਯੋਜਨ ਦਾ ਲੰਮਾ ਰਸਤਾ ਤੈਅ ਕਰਕੇ ਬਹੁਤ ਥੱਕਿਆ ਹਾਰਿਆ ਤੇ ਘਬਰਾਇਆ ਹੋਇਆ, ਜਮਾਂ ਦੀ ਮਾਰ ਖਾਂਦਾ ਹੋਇਆ 8 ਪੜਾਵਾਂ ਤੋਂ ਬਾਹਰ ਨਿਕਲਦਾ ਹੈ ਤਾਂ ਉਸ ਨੂੰ ਸਾਹਮਣੇ ਇੱਕ ਬਹੁਤ ਵੱਡੀ ਨਦੀ ਦਿਖਾਈ ਦਿੰਦੀ ਹੈ। ਇਸ ਨਦੀ ਦਾ ਨਾਮ ਵੈਤਰਣੀ ਨਦੀ ਹੈ ਅਤੇ ਇਹ ਨਦੀ ਧਰਮਰਾਜ ਦੀ ਜਮਪੁਰੀ ਦੇ ਕਿਨਾਰੇ ਉੱਤੇ ਹੈ। ਭਾਵ ਕਿ ਇਸ ਨਦੀ ਦੇ ਪਰਲੇ ਕਿਨਾਰੇ ਉੱਤੇ ਜਮਪੁਰੀ ਦਿਖਾਈ ਦਿੰਦੀ ਹੈ ਅਤੇ ਇਸ ਦੇ ਉਰਲੇ ਕਿਨਾਰੇ ਉੱਤੇ ਜਮਦੂਤਾਂ ਦਾ ਭਾਰੀ ਦਲ ਖੜਾ ਹੋਇਆ। ਉਰਲੇ ਕਿਨਾਰੇ ਤੇ ਜਮਦੂਤਾਂ ਦਾ ਬਹੁਤ ਭਾਰੀ ਤੇ ਵੱਡਾ ਦਲ ਖੜਾ ਹੋਇਆ ਦਿਖਾਈ ਦਿੰਦਾ। ਇਸ ਨਦੀ ਵਿੱਚ ਪਾਣੀ ਨਹੀਂ ਵਗਦਾ। ਇਹ ਨਦੀ ਮਿੱਝ, ਪਾਕ ਤੇ ਖੂਨ ਦੇ ਨਾਲ ਭਰੀ ਹੋਈ ਵਗਦੀ ਹੈ ਅਤੇ ਇਸ ਦਾ ਵਿਸਥਾਰ ਵੀ ਕਾਫੀ ਲੰਮਾ ਚੌੜਾ ਹੈ। ਪੁਰਾਣਾਂ ਵਿੱਚ ਅਕਸਰ ਇਸ ਦਾ ਆਕਾਰ 100 ਯੋਜਨ ਚੌੜਾ ਵਿਖਿਆਨ ਕੀਤਾ ਗਿਆ। ਸੋ ਨੋਟ ਕਰਨ ਵਾਲੀ ਗੱਲ ਇਹ ਹੈ ਕਿ ਇਸ ਵੈਤਰਣੀ ਨਦੀ ਦੀ ਗਿਣਤੀ 8 ਪੜਾਵਾਂ ਵਿੱਚ ਨਹੀਂ ਆਉਂਦੀ। ਇਸ ਵੈਤਰਣੀ ਨਦੀ ਦੀ ਗਿਣਤੀ 8 ਪੜਾਵਾਂ ਦੇ ਵਿੱਚ ਨਹੀਂ ਆਉਂਦੀ। ਇਹ ਵੈਤਰਣੀ ਨਦੀ ਇੱਕ ਤਰ੍ਹਾਂ ਦਾ ਨਰਕ ਰੂਪ ਹੀ ਹੈ, ਆਪਣੇ ਆਪ ਵਿੱਚ ਬਣਿਆ ਹੋਇਆ ਇੱਕ ਨਰਕ ਹੈ। ਇਹ ਨਦੀ ਹੈ ਵੀ ਅਤੇ ਨਹੀਂ ਵੀ ਹੈ। ਇਸ ਦਾ ਕਾਰਨ ਇਹ ਹੈ ਕਿ ਜਦੋਂ ਸਾਡਾ ਕੋਈ ਮਰ ਜਾਂਦਾ ਹੈ ਤਾਂ ਅਸੀਂ ਉਸ ਦੇ ਮਰਨ ਤੋਂ ਬਾਅਦ ਸਾਰੇ ਜਣੇ ਮਿਲ ਕੇ ਰੋਂਦੇ ਹਾਂ। ਰੋਣ ਵੇਲੇ ਜੋ ਸਾਡੀਆਂ ਅੱਖਾਂ ਵਿੱਚੋਂ ਪਾਣੀ ਨਿਕਲਦਾ ਹੈ ਅਤੇ ਸਾਡੇ ਨੱਕ ਵਿੱਚੋਂ ਜੋ ਲੇਸਦਾਰ ਪਾਣੀ ਨਿਕਲਦਾ ਹੈ, ਇਹ ਦੋਵੇਂ ਪਾਣੀ ਮਿਲ ਕੇ ਉਸ ਦੇ ਰਸਤੇ ਵਿੱਚ ਵੈਤਰਣੀ ਨਦੀ ਦਾ ਰੂਪ ਧਾਰਨ ਕਰ ਲੈਂਦੇ ਆ ਤੇ ਸਾਰੇ ਬੰਦਿਆਂ ਦੇ, ਮਨੁੱਖਾਂ, ਇਸਤਰੀਆਂ ਦੇ ਮੂੰਹ ਵਿੱਚ, ਅੱਖਾਂ ਵਿੱਚੋਂ ਨਿਕਲਿਆ ਪਾਣੀ, ਨੱਕ ਵਿੱਚੋਂ ਨਿਕਲਿਆ ਪਾਣੀ ਕਈ ਗੁਣਾ, ਹਜ਼ਾਰਾਂ ਗੁਣਾ ਵੱਡਾ ਰੂਪ ਧਾਰਨ ਕਰ ਲੈਂਦਾ ਤੇ ਵੈਤਰਣੀ ਨਦੀ ਦਾ ਰੂਪ ਬਣ ਜਾਂਦਾ, ਇੱਕ ਨਦੀ ਦਾ ਰੂਪ ਬਣ ਜਾਂਦਾ। ਇਸ ਮਿੱਝ, ਪਾਕ ਤੇ ਖੂਨ ਦੀ ਗੰਦੀ ਨਦੀ ਵਿੱਚੋਂ ਪਾਰ ਹੋਣ ਵਾਸਤੇ ਸਾਡੇ ਵਿਛੜ ਚੁੱਕੇ ਆਪਣੇ ਨੂੰ ਬਹੁਤ ਤਕਲੀਫ ਝੱਲਣੀ ਪੈਂਦੀ ਹੈ। ਇਹ ਨਦੀ ਉਸ ਦੇ ਰਸਤੇ ਵਿੱਚ ਅੜਚਨ ਪੈਦਾ ਕਰਦੀ ਹੈ। ਜਿਨ੍ਹਾਂ ਮਨੁੱਖਾਂ ਦੇ ਮਰਨ ਤੋਂ ਬਾਅਦ ਕੋਈ ਰੋਂਦਾ ਨਹੀਂ, ਸਿਰਫ ਪ੍ਰਭੂ ਦਾ ਨਾਮ ਹੀ ਜਪਿਆ ਜਾਂਦਾ, ਉਸ ਦਾ ਹੀ ਸਿਮਰਨ ਕੀਤਾ ਜਾਂਦਾ, ਉਹਨਾਂ ਦੇ ਰਸਤੇ ਵਿੱਚ ਇਹ ਨਦੀ ਨਹੀਂ ਆਉਂਦੀ, ਉਹਨਾਂ ਨੂੰ ਇਹ ਨਦੀ ਦਿਖਾਈ ਨਹੀਂ ਦਿੰਦੀ। ਇਸ ਕਰਕੇ ਇਹ ਜੋ ਵੈਤਰਨ ਨਦੀ ਹੈ, ਇਹ ਹੈ ਵੀ ਤੇ ਨਹੀਂ ਵੀ ਹੈ। ਇਸ ਕਰਕੇ ਕਿ ਮਰ ਜਾਣ ਤੋਂ ਬਾਅਦ ਜਦੋਂ ਅਸੀਂ ਆਪਣੇ ਕਿਸੇ ਪਿਆਰੇ ਨੂੰ ਰੋਂਦੇ ਹਾਂ ਤਾਂ ਉਹ ਸਾਡੇ ਨੱਕ ਤੇ ਅੱਖਾਂ ਦਾ ਪਾਣੀ ਹਜ਼ਾਰਾਂ ਗੁਣਾ ਵੱਡਾ ਰੂਪ ਧਾਰਨ ਕਰਕੇ ਨਦੀ ਬਣ ਜਾਂਦਾ। ਜੇ ਅਸੀਂ ਸਾਡੇ ਮਰ ਗਏ ਤੋਂ ਬਾਅਦ, ਆਪਣੇ ਮਰ ਗਏ ਤੋਂ ਬਾਅਦ ਉਸ ਦੇ ਪਿੱਛੋਂ ਰੋਂਦੇ ਨਹੀਂ ਤੇ ਪਾਠ ਪੂਜਾ ਕਰਦੇ, ਬਾਣੀ ਪੜ੍ਹਦੇ ਹਾਂ, ਸਿਮਰਨ ਕਰਦੇ ਹਾਂ ਵਾਹਿਗੁਰੂ ਦਾ, ਤਾਂ ਫਿਰ ਇਹ ਨਦੀ ਨਹੀਂ ਬਣਦੀ। ਇਸ ਕਰਕੇ ਹੈ ਵੀ ਤੇ ਨਹੀਂ ਵੀ ਹੈ। ਸੋ ਨਾਮ ਜਪਣ ਵਾਲਿਆਂ ਨੂੰ ਇਹ ਨਦੀ ਦਿਖਾਈ ਨਹੀਂ ਦਿੰਦੀ, ਪਰ ਮਾੜੇ ਕਰਮ ਕਰਨ ਵਾਲਿਆਂ ਨੂੰ ਦੇ ਜੀਵਨ ਵਿੱਚ ਇਹ ਅੜਚਨ ਲਾਉਂਦੀ ਹੈ। ਮਰ ਜਾਣ ਤੋਂ ਬਾਅਦ ਉਹਨਾਂ ਦੇ ਰਸਤੇ ਵਿੱਚ ਅੜਚਨ ਪੈਦਾ ਕਰਦੀ ਹੈ।
ਸੋ ਗੁਰਮਤਿ ਦੇ ਅਨੁਸਾਰ ਗੁਰਬਾਣੀ ਦਾ ਇਸ ਵੈਤਰਣੀ ਨਦੀ ਪ੍ਰਥਾਈ ਇਸ ਪ੍ਰਕਾਰ ਬਚਨ ਹੈ। ਜੈ ਮਹਾ ਭਿਆਨ ਦੂਤ ਜਮ ਦਲੈ, ਤਹ ਕੇਵਲ ਨਾਮ ਸੰਗ ਤੇਰਾ ਚੱਲੈ। ਸੁਖਮਨੀ ਸਾਹਿਬ। ਜੈ ਮਹਾ ਭਿਆਨ ਦੂਤ ਜਮ ਦਲੈ, ਦਲੈ ਮਤਲਬ ਦਾਲਾ, ਇਕੱਠ, ਤੈ ਕੇਵਲ ਨਾਮ ਸੰਗ ਤੇਰਾ ਚੱਲੈ। ਸੁਖਮਨੀ ਸਾਹਿਬ। ਫਿਰ ਇੱਕ ਹੋਰ ਸਤਿਗੁਰਾਂ ਜੀ ਦਾ ਬਚਨ ਹੈ। ਆਗੈ ਬਿਮਰ ਨਦੀ ਅਗਨ ਬਿਖ ਝੇਲਾ, ਤਿੱਥੈ ਅਵਰ ਨ ਕੋਈ ਜੀਉ ਅਕੇਲਾ। ਇਹ ਮਾਰੂ ਸੋਹਲੇ ਦਾ ਬਚਨ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 1026 ਦੇ ਉੱਤੇ ਸੁਭਾਏਮਾਨ ਹੈ। 1026 ਦੇ ਉੱਤੇ ਬਚਨ ਕੀ ਹੈ? ਆਗੈ ਬਿਮਲ ਨਦੀ ਅਗਨ ਬਿਖ ਝੇਲਾ। ਬਿਮਲ ਨਦੀ ਵੈਤਰਣੀ ਨਦੀ, ਮਤਲਬ ਅੱਗੇ ਇੱਕ ਨਦੀ ਆ। ਅਗਨ ਬਿਖ ਝੇਲਾ, ਤਿੱਥੈ ਅਵਰ ਨ ਕੋਈ ਜੀਉ ਅਕੇਲਾ। ਇਕੱਲਾ ਜੀਵ ਹੀ ਹੁੰਦਾ, ਹੋਰ ਕੋਈ ਨਹੀਂ ਹੁੰਦਾ। ਸਤਿਗੁਰਾਂ ਜੀ ਦਾ ਇੱਕ ਹੋਰ ਬਚਨ ਹੈ। ਸਾਧ ਸੰਗਤ ਕੈ ਅੰਚਲ ਲਾਵਹੋ, ਬਿਖਮ ਨਦੀ ਜਾਇ ਤਰਨੀ। ਜੈ ਸ੍ਰੀ ਰਾਗ ਦੇ ਵਿੱਚ ਸਤਿਗੁਰਾਂ ਜੀ ਦਾ ਬਚਨ ਹੈ। ਜਿਵੇਂ ਪੂਰੀਆਂ ਪੰਗਤੀਆਂ ਐਵੇਂ ਗਿਆਨ ਧਿਆਨ ਕਿਛ ਕਰਮ ਨ ਜਾਣਾ, ਨਾਹੀਂ ਨ ਨਿਰਮਲ ਕਰਨੀ। ਸਾਧ ਸੰਗਤ ਕੈ ਅੰਚਲ ਲਾਵੋ, ਬਿਖਮ ਨਦੀ ਜਾਇ ਤਰਨੀ। ਬਿਖਮ ਦਾ ਮਤਲਬ ਉਹੀ ਔਖੀ ਘਾਟੀ ਵਾਲੀ ਔਖੀ ਨਦੀ, ਰਾਧ ਪਾਕ ਦੀ, ਖੂਨ ਦੀ ਵਗੀ ਹੋਈ, ਲੇਸਦਾਰ ਪਾਣੀ ਦੀ, ਅੱਖਾਂ ਦੇ ਪਾਣੀ ਵਾਲੀ, ਨੱਕ ਦੇ ਪਾਣੀ ਵਾਲੀ ਨਦੀ। ਸੋ ਉਸ ਨੂੰ ਬਿਖਮ, ਉਹ ਬਿਖਮ ਰਸਤਾ ਹੈ। ਸੋ ਇਹਨਾਂ ਤਿੰਨਾਂ ਤਰ੍ਹਾਂ ਦੀਆਂ ਪੰਗਤੀਆਂ ਹੈਗੀਆਂ। ਜਿਵੇਂ ਜੈ ਮਾਂ ਭਿਆਨ ਦੂਤ ਜਮ ਦਲੈ, ਫਿਰ ਅਗਲੀ ਪੰਗਤੀ ਪੜ੍ਹੀ ਆਪਾਂ ਆਗੈ ਬਿਖਮ ਨਦੀ ਅਗਨ ਬਿਖ ਝੇਲਾ। ਅਗਲੀ ਪੰਗਤੀ ਪੜ੍ਹੀ ਆਪਾਂ ਤੀਜੀ ਸਾਧ ਸੰਗਤ ਕੈ ਅੰਚਲ ਲਾਵੋ, ਬਿਖਮ ਨਦੀ ਜੈ ਤਰਨੀ। ਇਹਨਾਂ ਤਿੰਨਾਂ ਤਰ੍ਹਾਂ ਦੀਆਂ ਪੰਗਤੀਆਂ ਦਾ ਅਰਥ ਇਸ ਪ੍ਰਕਾਰ ਹੀ ਆਪਾਂ ਇਕੱਠਾ ਹੀ ਕਰਦੇ ਹਾਂ ਕਿ ਜਦੋਂ ਸੂਖਸ਼ਮ ਜੀਵ ਆਤਮਾ 8 ਪੜਾਵਾਂ ਨੂੰ ਪਾਰ ਕਰਕੇ ਵੈਤਰਣ ਨਦੀ ਦੇ ਕਿਨਾਰੇ ਪਹੁੰਚਦੀ ਹੈ ਤਾਂ ਉੱਥੇ ਉਸ ਨੂੰ ਬਹੁਤ ਭਿਆਨਕ ਜਮਦੂਤਾਂ ਦਾ ਦਲ ਖੜਾ ਹੋਇਆ ਦਿਖਾਈ ਦਿੰਦਾ। ਭਿਆਨਕ ਜਮਦੂਤਾਂ ਦਾ ਦਲ ਖੜਾ ਹੋਇਆ ਦਿਖਾਈ ਦਿੰਦਾ। ਉੱਥੇ ਜੀਵ ਦਾ ਧਨ ਦੌਲਤ, ਸੋਹਣਾ ਘਰ-ਬਾਰ, ਜ਼ਮੀਨ ਜਾਇਦਾਦ, ਸਾਥੀ ਮਿੱਤਰ, ਬੰਦੂਕਾਂ, ਪਿਸਤੌਲ, ਇਹਨਾਂ ਵਿੱਚੋਂ ਕੋਈ ਵੀ ਸਹਾਰਾ ਨਹੀਂ ਬਣਦਾ। ਉੱਥੇ ਤਾਂ ਕੇਵਲ ਵਾਹਿਗੁਰੂ ਦਾ ਨਾਮ ਹੀ ਮਨੁੱਖ ਦੇ ਨਾਲ ਜਾਂਦਾ ਹੈ। ਪ੍ਰਭੂ ਦਾ ਨਾਮ ਹੀ ਉਸ ਦੀ ਸਹਾਇਤਾ ਕਰਦਾ ਹੈ। ਗੁਰੂ ਜੀ ਕਹਿੰਦੇ ਹਨ ਕਿ ਅੱਗੇ ਇੱਕ ਬਿਮਲ ਨਦੀ ਮਤਲਬ ਵੈਤਰਣੀ ਨਦੀ ਆਉਂਦੀ ਹੈ। ਇਸ ਵਿੱਚ ਰਾਧ ਪਾਕ ਤੇ ਖੂਨ ਦੀਆਂ ਛੱਲਾਂ ਦਿਖਾਈ ਦਿੰਦੀਆਂ ਹਨ। ਉੱਥੇ ਜਿਸ ਦੇ ਵਿੱਚ ਰਾਧ ਪਾਕ ਤੇ ਖੂਨ ਦੀਆਂ ਛੱਲਾਂ ਦਿਖਾਈ ਦਿੰਦੀਆਂ ਹਨ, ਉੱਥੇ ਇਹਨਾਂ ਦੇ ਨਾਲ ਜੀਵ ਦੇ ਕਮਾਏ ਹੋਏ ਪਾਪਾਂ ਦੀ ਅਗਨੀ ਦੀਆਂ ਲਾਟਾਂ ਵੀ ਦਿਖਾਈ ਦਿੰਦੀਆਂ ਹਨ। ਗੁਰਬਾਣੀ ਨੇ ਇਹ ਇੱਕ ਗੱਲ ਹੋਰ ਐਡ ਕਰਤੀ ਇਹਦੇ ਵਿੱਚ ਕਿ ਉਹ ਜਿਹੜੀ ਨਦੀ ਜਿਹੜੀ ਰਾਧ ਪਾਕ ਦੀ ਵਗਦੀ ਹੈ, ਉੱਥੇ ਰਾਧ ਪਾਕ ਦੀਆਂ ਛੱਲਾਂ ਦਿਖਾਈ ਦਿੰਦੀਆਂ ਹਨ ਨਦੀ ਦੀਆਂ। ਅਤੇ ਨਾਲ ਹੀ ਸਤਿਗੁਰੂ ਜੀ ਕਹਿੰਦੇ ਹਨ ਕਿ ਜੀਵ ਦੇ ਕਮਾਏ ਹੋਏ ਪਾਪਾਂ ਦੀ ਜਿਹੜੀ ਅੱਗ ਦੀਆਂ ਲਾਟਾਂ ਉਹ ਵੀ ਦਿਖਾਈ ਦਿੰਦੀਆਂ ਹਨ। ਆਗੈ ਬਿਮਲ ਨਦੀ ਅਗਨ ਬਿਖ ਝੇਲਾ। ਅਗਨ ਦੀਆਂ ਛੱਲਾਂ, ਅਗਨ ਦੀਆਂ ਲਾਟਾਂ ਦਿਖਾਈ ਦਿੰਦੀਆਂ ਹਨ। ਇਸ ਬਦਬੂਦਾਰ ਪਾਣੀ ਦੀਆਂ ਛੱਲਾਂ ਨੂੰ ਅਤੇ ਭਿਆਨਕ ਅੱਗ ਦੀਆਂ ਲਾਟਾਂ ਨੂੰ, ਜ਼ਹਿਰੀਲੇ ਬਿੱਛੂਆਂ ਦੇ ਡੰਗਾਂ ਨੂੰ ਪ੍ਰਾਣਾ ਰੂਪੀ ਜੀਵ ਇਕੱਲਾ ਹੀ ਝੱਲਦਾ ਹੈ। ਇੱਕ ਗੱਲ ਹੋਰ ਵੀ ਕਹੀ ਹੈ, ਕਹਿੰਦੇ ਉਹਦੇ ਵਿੱਚ ਬਿੱਛੂ ਵੀ ਹਨ ਜਿਹੜੇ ਜ਼ਹਿਰੀਲੇ ਡੰਗ ਮਾਰਦੇ ਹਨ ਇਸ ਜੀਵਾਤਮਾ ਨੂੰ। ਸੋ ਇਸ ਬਦਬੂਦਾਰ ਪਾਣੀ ਦੀਆਂ ਛੱਲਾਂ, ਅੱਗ ਦੀਆਂ ਲਾਟਾਂ ਨੂੰ, ਜ਼ਹਿਰੀਲੇ ਬਿੱਛੂਆਂ ਦੇ ਡੰਗਾਂ ਨੂੰ ਸਿਰਫ ਜੀਵ ਆਤਮਾ ਇਕੱਲੀ ਹੀ ਚੱਲਦੀ ਹੈ। ਕੋਈ ਸੰਗੀ ਸਾਥੀ ਨਹੀਂ ਚੱਲਦਾ। ਜਿਸ ਦੇ ਨਾਲ ਅਸੀਂ ਰਲ ਕੇ ਪਾਪ ਕੀਤੇ ਹੁੰਦੇ ਆ, ਉਹ ਕੋਈ ਵੀ ਸਾਡੀ ਸਹਾਇਤਾ ਨਹੀਂ ਕਰਦਾ। ਜਿਨ੍ਹਾਂ ਵਾਸਤੇ ਕਰਮ ਕੀਤੇ ਹੁੰਦੇ, ਕੁਕਰਮ ਕੀਤੇ ਹੁੰਦੇ ਹਨ, ਕੋਈ ਸਾਡੀ ਸਹਾਇਤਾ ਨਹੀਂ ਕਰਦਾ। ਉੱਥੇ ਸਾਰਾ ਕੁਛ ਇਕੱਲਾ ਹੀ ਜੀਵ ਆਤਮਾ ਨੂੰ ਝੱਲਣਾ ਪੈਂਦਾ। ਉੱਥੇ ਹੋਰ ਕੋਈ ਉਸ ਦੇ ਨਾਲ ਨਹੀਂ ਹੁੰਦਾ। ਜਿਨ੍ਹਾਂ ਦੇ ਨਾਲ ਰਲ ਕੇ ਪਾਪ ਕਮਾਏ ਹੁੰਦੇ ਹਨ, ਉਹਨਾਂ ਵਿੱਚੋਂ ਕੋਈ ਵੀ ਉੱਥੇ ਨਹੀਂ ਹੁੰਦਾ। ਇਹ ਜੀਵ ਇਕੱਲਾ ਹੀ ਹੁੰਦਾ ਹੈ।
ਗੁਰੂ ਜੀ ਦਾਸ ਰੂਪ ਵਿੱਚ ਬੇਨਤੀ ਕਰਦੇ ਹਨ ਕਿ ਹੇ ਵਾਹਿਗੁਰੂ, ਮੈਨੂੰ ਸਾਧ ਸੰਗਤ ਦੇ ਚਰਨਾਂ ਨਾਲ ਜੋੜ ਦਿਓ, ਤਾਂ ਕਿ ਮੇਰੇ ਮਰਨ ਤੋਂ ਬਾਅਦ ਮੇਰੇ ਰਸਤੇ ਵਿੱਚ ਆਉਣ ਵਾਲੀ ਬਿਖਮ ਨਦੀ ਭਾਵ ਵੈਤਰਣੀ ਨਦੀ ਨੂੰ ਮੈਂ ਸੁਖਾਲਾ ਹੀ ਤਰ ਜਾਵਾਂ। ਸੋ ਇਸ ਤੋਂ ਅੱਗੇ ਕੀ ਹੁੰਦਾ? ਉਸ ਪ੍ਰਥਾਈ ਹਿੰਦੂ ਰੀਤੀ ਦੇ ਅਨੁਸਾਰ, ਪੁਰਾਣਾਂ ਦੇ ਅਨੁਸਾਰ ਜਮਪੁਰੀ ਦੇ 4 ਦਰਵਾਜ਼ਿਆਂ ਦਾ ਵਿਖਿਆਨ ਕੀਤਾ ਗਿਆ। ਸੋ ਹੁਣ ਚੌਪਾਈਆਂ ਪੜ੍ਹੀਆਂ ਆਪਾਂ ਹਿੰਦੂ ਰੀਤੀ ਦੀਆਂ, ਪੁਰਾਣਾਂ ਦੀਆਂ। ਸੋ ਹੁਣ ਅੱਗੇ ਆ ਗਿਆ ਦੋਹਰਾ। ਸੋ ਉੱਥੇ ਇਸ ਤਰ੍ਹਾਂ ਲਿਖਿਆ ਹੋਇਆ ਹੈ ਕਿ ਵੈਤਰਣੀ ਨਦੀ ਵੈਤਰਣੀ ਉੱਤਰ ਦਿਵਸ ਜਮਪੁਰ ਕੀਓ ਪ੍ਰਵੇਸ਼, ਏਕ ਅਯੁਤ ਜੋਜਨ ਪੁਰੀ 4 द्वार निर्देश। ਧਿਆਨ ਨਾਲ ਸੁਣੋ। ਵੈਤਰਣੀ ਨਦੀ ਵੈਤਰਣੀ ਉੱਤਰ ਦਿਵਸ ਜਮਪੁਰ ਕੀਓ ਪ੍ਰਵੇਸ਼, ਏਕ ਅਯੁਤ ਜੋਜਨ ਪੁਰੀ 4 द्वार निर्देश। 3 द्वार ਤੇ ਧਰਮੀ ਆਵੈ, ਦੱਖਣ ਪਾਪਾਂ ਹੇਤ ਬਤਾਵੈ। ਇਸ ਦੋਹਰੇ ਦਾ ਅਰਥ ਇਸ ਪ੍ਰਕਾਰ ਹੈ ਕਿ ਜਿਹੜੀ ਵੈਤਰਣੀ ਨਦੀ ਹੈ ਉਹ ਜਮਪੁਰੀ ਦੇ ਉੱਤਰ ਦਿਸ਼ਾ ਵੱਲ ਹੈ। ਜਿਹੜੀ ਵੈਤਰਣੀ ਨਦੀ ਹੈ ਉਹ ਜਮਪੁਰੀ ਦੇ ਉੱਤਰ ਦਿਸ਼ਾ ਵੱਲ ਹੈ। ਇਸ ਤਰ੍ਹਾਂ ਪ੍ਰਾਣਾ ਰੂਪੀ ਜੀਵ ਸੂਖਸ਼ਮ ਸਰੀਰ ਨੇ ਲੰਮੇ ਰਸਤੇ ਵਿੱਚ ਦੁੱਖ ਤਕਲੀਫਾਂ ਝੱਲਦੇ ਹੋਏ ਜਮਪੁਰੀ ਦੇ ਵਿੱਚ ਪ੍ਰਵੇਸ਼ ਕੀਤਾ। ਜਮਪੁਰੀ ਦੇ ਵਿੱਚ 8 ਪੜਾਅ ਪਾਰ ਕਰਕੇ ਫਿਰ ਵੈਤਰਣੀ ਨਦੀ ਨੂੰ ਪਾਰ ਕਰਕੇ ਇਸ ਜੀਵ ਆਤਮਾ ਨੇ ਜਮਪੁਰੀ ਦੇ ਵਿੱਚ ਪ੍ਰਵੇਸ਼ ਕੀਤਾ। ਇਸ ਜਮਪੁਰੀ ਦਾ ਵਿਸਥਾਰ 1000 ਯੋਜਨ ਹੈ। ਬਹੁਤ ਲੰਮਾ ਚੌੜਾ ਵੱਡਾ, ਜਿਵੇਂ ਰਾਜਿਆਂ ਦੇ ਵੱਡੇ ਵੱਡੇ ਕਿਲੇ ਹੁੰਦੇ ਹਨ, ਇਸ ਤਰ੍ਹਾਂ 1000 ਯੋਜਨ ਲੰਮਾ ਚੌੜਾ ਵਿਸਥਾਰ ਹੈ ਇਸ ਜਮਪੁਰੀ ਦਾ। ਇਸ ਦੇ ਵਿੱਚ ਹੀ ਸਾਰੇ ਨਰਕ ਹਨ, 18 ਨਰਕ ਜਿਹਨੂੰ ਕਹਿੰਦੇ ਆ। ਇਸ ਦੇ 4 ਦਰਵਾਜ਼ੇ ਹਨ ਇਸ ਜਮਪੁਰੀ ਦੇ। ਇਸ ਦੇ 3 ਦਰਵਾਜ਼ਿਆਂ ਦੇ ਰਾਹੀਂ ਧਰਮੀ ਤੇ ਪੁੰਨੀ ਲੋਕ ਆਉਂਦੇ ਆ, ਭਾਵ ਪ੍ਰਵੇਸ਼ ਕਰਦੇ ਹਨ। ਇਹ ਤਿੰਨੇ ਦਰਵਾਜ਼ੇ ਬਹੁਤ ਖੁੱਲ੍ਹੇ ਤੇ ਸੁੰਦਰ ਹਨ, ਜੋ ਫੁੱਲਾਂ ਨਾਲ ਸ਼ਿੰਗਾਰੇ ਹੋਏ ਹਨ ਅਤੇ ਖੁਸ਼ਬੂਦਾਰ ਹਨ। ਪੁਰਾਣਾ ਨੇ ਦੱਸਿਆ ਕਿ ਜੋ ਜਮਪੁਰੀ ਦਾ ਦੱਖਣ ਵਾਲੇ ਪਾਸੇ ਦਾ ਦਰਵਾਜ਼ਾ ਹੈ, ਉਸ ਦਰਵਾਜ਼ੇ ਦੇ ਰਾਹੀਂ ਪਾਪੀ ਲੋਕ ਆਉਂਦੇ ਹਨ, ਭਾਵ ਪਾਪੀ ਲੋਕ ਇਸ ਦਰਵਾਜ਼ੇ ਰਾਹੀਂ ਪ੍ਰਵੇਸ਼ ਕਰਦੇ ਹਨ। ਇਹ ਦੱਖਣ ਵਾਲਾ ਦਰਵਾਜ਼ਾ ਬਹੁਤ ਭੀੜਾ ਅਤੇ ਤੰਗ ਹੈ। ਇਸ ਦਰਵਾਜ਼ੇ ਉੱਤੇ ਪਸ਼ੂਆਂ ਅਤੇ ਮਨੁੱਖਾਂ ਦੀਆਂ ਡਰਾਉਣੀਆਂ ਖੋਪਰੀਆਂ ਟੰਗੀਆਂ ਹੋਈਆਂ ਹਨ। ਇਸ ਦਰਵਾਜ਼ੇ 'ਚੋਂ ਗੰਦੀ ਤੇ ਬਦਬੂਦਾਰ ਬੂ ਆਉਂਦੀ ਹੈ। ਸੋ ਦੇਖੋ, ਜਮਪੁਰੀ ਦੇ 3 ਦਰਵਾਜ਼ੇ ਬਹੁਤ ਖੁੱਲ੍ਹੇ ਤੇ ਸੋਹਣੇ ਹਨ, ਪਰ ਇੱਕ ਦਰਵਾਜ਼ਾ ਜਿਹੜਾ ਬਹੁਤ ਟਾਈਟ ਹੈ, ਸੰਕਰਣਾ ਹੈ, ਭੀੜਾ ਹੈ, ਜਿਸ ਦੇ ਰਾਹੀਂ ਪਾਪੀ ਲੋਕ ਜਾਂਦੇ ਆ। ਸੋ ਨਿੱਕੇ ਹੁੰਦਿਆਂ ਵੀ ਗੱਲਾਂ ਸੁਣਦੇ ਹੁੰਦੇ ਸੀ ਕਿ ਜਮਦੂਤ ਬੰਦੇ ਨੂੰ ਸੂਈ ਦੇ ਨੱਕੇ ਜਿੰਨੀ, ਜਿਹੜੀ ਸੂਈ ਦੇ ਨੱਕੇ ਦੀ ਮੋਰੀ ਹੁੰਦੀ ਹੈ, ਓਨੀ ਭੀੜੀ ਮੋਰੀ ਦੇ ਵਿੱਚ ਦੀ ਕੁੱਟ ਕੇ ਮਾਰ ਕੇ ਲੰਘਾਉਂਦੇ ਆ। ਸੋ ਅਸੀਂ ਵੀ ਨਿੱਕੇ ਹੁੰਦੇ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਹੁੰਦੇ ਸੀ, ਤੂੰ ਝੂਠ ਨਾ ਬੋਲ, ਤੂੰ ਪਾਪ ਨਾ ਕਰ, ਆਹ ਕੰਮ ਨਹੀਂ ਕਰਨਾ, ਪਾਪ ਹੁੰਦਾ। ਜੇ ਪਾਪ ਕੀਤਾ ਤਾਂ ਫਿਰ ਧਰਮ ਜਿਹੜੇ ਜਮਦੂਤ ਹੈ ਸੂਈ ਦੇ ਨੱਕੇ ਜਿੰਨੀ ਭੀੜੀ ਮੋਰੀ ਦੇ ਵਿੱਚੋਂ ਤੈਨੂੰ ਲੰਘਾਉਣਗੇ। ਸੋ ਇਸ ਤਰ੍ਹਾਂ ਬਹੁਤ ਸਾਰੀਆਂ ਗੱਲਾਂ ਇੱਕ ਦੂਜੇ ਨੂੰ ਕਹਿ ਕੇ ਜਮਦੂਤਾਂ ਦਾ, ਭੀੜੀ ਮੋਰੀ ਦਾ, ਭੀੜੇ ਦਰਵਾਜ਼ੇ ਦਾ ਨਾਮ ਲੈ ਕੇ ਇੱਕ ਦੂਜੇ ਨੂੰ ਪਾਪ ਕਰਨ ਤੋਂ ਰੋਕਦੇ ਰਹਿੰਦੇ ਸੀਗੇ। ਸੋ ਇਹ ਸਾਡੇ ਅੰਦਰ ਥਿੰਕ ਹੁੰਦੀ ਸੀ, ਸਾਡੇ ਬਜ਼ੁਰਗਾਂ ਦੀ ਪਾਈ ਹੋਈ। ਸੋ ਅੱਜ ਅਸੀਂ ਸਾਰੀਆਂ ਗੱਲਾਂ ਭੁੱਲ ਗਏ ਆ, ਇਹਨਾਂ ਗੱਲਾਂ ਨੂੰ ਕਰਦੇ ਹੀ ਨਹੀਂ ਆ। ਪਾਪ ਪੁੰਨ ਸਾਡੀ ਜ਼ਿੰਦਗੀ ਦੇ ਵਿੱਚੋਂ ਚਲਿਆ ਹੀ ਗਿਆ। ਟਾਰਗੇਟ ਰਹਿ ਗਿਆ, ਟਾਰਗੇਟ, ਸਿਰਫ ਟਾਰਗੇਟ, ਨਾ ਪਾਪ ਨਾ ਪੁੰਨ, ਓਨਲੀ ਟਾਰਗੇਟ। ਸੋ ਇਸ ਤਰ੍ਹਾਂ 2-3 ਦਰਵਾਜ਼ੇ ਜਿਹੜੇ ਖੁੱਲ੍ਹੇ ਹਨ, ਉਹਨਾਂ ਦੇ ਰਾਹੀਂ ਧਰਮੀ ਐਂਟਰ ਕਰਦੇ ਆ, ਅਤੇ ਜਿਹੜਾ ਭੀੜਾ ਅਤੇ ਬਦਬੂਦਾਰ ਦਰਵਾਜ਼ਾ, ਜਿਸ ਦੇ ਉੱਤੇ ਭੈੜੀਆਂ ਡਰਾਉਣੀਆਂ ਖੋਪਰੀਆਂ ਟੰਗੀਆਂ ਹੋਈਆਂ ਜਾਨਵਰਾਂ ਅਤੇ ਮਨੁੱਖਾਂ ਦੀਆਂ, ਅਤੇ ਬਦਬੂ ਵਾਲਾ ਰਸਤਾ, ਉਸ ਦੇ ਰਾਹੀਂ ਪਾਪੀ ਲੋਕ ਜਾਂਦੇ ਹਨ। ਸੋ ਗੁਰਬਾਣੀ ਨੇ ਇਸ ਪ੍ਰਥਾਏ ਇਸ ਪ੍ਰਕਾਰ ਲਿਖਿਆ ਹੈ, ਗੁਰਬਾਣੀ ਦਾ ਪ੍ਰਮਾਣ ਇਸ ਪ੍ਰਕਾਰ ਹੈ
ਕਿ ਮਨਮੁਖ ਆਵੈ ਮਨਮੁਖ ਜਾਵੈ ਮਨਮੁਖ ਫਿਰ ਚੋਟਾਂ ਖਾਵੈ। ਜਿਤਨੇ ਨਰਕ ਸੇ ਮਨਮੁਖ ਭੋਗੇ ਗੁਰਮੁਖ ਲੇਪ ਨ ਮਾਸਾ ਹੈ। ਦੇਖੋ ਸਵਰਗਾਂ ਦੀ ਤੇ ਨਰਕਾਂ ਦੀ, ਜਮਦੂਤਾਂ ਦੀ, ਧਰਮਰਾਜ ਦੀ, ਪੁਨਿਸ਼ਮੈਂਟ ਦੀ, ਸਜ਼ਾ ਦੀ, ਜੋ ਜਮ ਆਏ ਕੇਸ ਗਏ ਪਟਕੇ ਤਾਂ ਦਿਨ ਕਿਛ ਨਾ ਬਸਾਵੇਂਗਾ, ਇਹ ਸਾਰੇ ਪ੍ਰਮਾਣ ਗੁਰਬਾਣੀ ਨੇ ਵੀ ਪ੍ਰਮਾਣਿਤ ਕੀਤੇ ਹਨ। ਜੋ ਸ਼ਾਸਤਰਾਂ ਵਿੱਚ ਅਸੀਂ ਪੜ੍ਹਦੇ ਹਾਂ, ਪੁਰਾਣਾਂ ਵਿੱਚ ਪੜ੍ਹਦੇ ਹਾਂ, ਉਹ ਗੁਰਬਾਣੀ ਨੇ ਵੀ ਉਹਨਾਂ ਦੇ ਪ੍ਰਮਾਣ ਦੇ ਦੇ ਕੇ ਸਾਨੂੰ ਸਿੱਖਿਆ ਦਿੱਤੀ ਹੈ। ਪਰ ਟੇਕ ਰੱਖੀ ਵਾਹਿਗੁਰੂ ਦੇ ਨਾਮ ਦੀ ਵੀ, ਸਿਰਫ ਨਾਮ ਹੀ ਵੱਡਾ ਹੈ, ਨਾਮ ਜਪਣਾ, ਹੋਰ ਕੁਛ ਕਰਨ ਦੀ ਲੋੜ ਨਹੀਂ ਗੀ। ਸੋ ਇਹ ਗੱਲ ਤਾਂ ਹੁਣ ਗੁਰਬਾਣੀ ਵੀ ਕਹਿੰਦੀ ਨਾ ਵੀ ਮਨਮੁਖ ਆਵੇ ਮਨਮੁਖ ਜਾਵੇ ਮਨਮੁਖ ਫਿਰ ਚੋਟਾਂ ਖਾਵੇ, ਜਿਤਨੇ ਨਰਕ ਸੇ ਮਨਮੁਖ ਭੋਗੇ। ਮਤਲਬ ਨਰਕ ਹੈ, ਜੇ ਨਰਕ ਹੈਗੇ ਤਾਂ ਗੁਰਬਾਣੀ ਵਿੱਚ ਲਿਖਿਆ ਹੋਇਆ ਵੀ ਮਨਮੁਖ ਹੀ ਨਰਕ ਭੋਗਦੇ ਆ। ਗੁਰਮੁਖ ਲੇਪ ਨ ਮਾਸਾ ਹੈ। ਫਿਰ ਅੱਗੇ ਹੋਰ ਕਿਹਾ, ਸਤਿਗੁਰਾਂ ਜੀ ਦਾ ਬਚਨ ਹੈ, ਸੋ ਸਤਿਗੁਰ ਨਾ ਸੇਵੇ ਮਨਮੁਖ ਅੰਧ ਗਵਾਰਾ, ਸਤਿਗੁਰ ਨਾ ਸੇਵੇ ਮਨਮੁਖ ਅੰਧ ਗਵਾਰਾ, ਫਿਰ ਓਏ ਕਿੱਥੋਂ ਪਾਇਨ ਮੋਖ ਦੁਆਰਾ। ਦੇਖੋ ਕਿੰਨੀ ਵੱਡੀ ਗੱਲ ਲਿਖੀ ਹੈ ਗੁਰੂ ਜੀ ਨੇ। ਫਿਰ ਓਏ ਕਿੱਥੋਂ ਪਾਇਨ ਮੋਖ ਦੁਆਰਾ, ਮਰ ਮਰ ਜੰਮੇ ਫਿਰ ਆਵੇ, ਜਮ ਦਰ ਚੋਟਾਂ ਖਾਵਣਿਆ। ਕਿੱਡੀ ਵਧੀਆ ਗੱਲ ਲਿਖੀ ਗੁਰੂ ਜੀ ਨੇ। ਸਤਿਗੁਰ ਨਾ ਸੇਵੇ ਮੂਰਖ ਅੰਧ ਗਵਾਰਾ, ਫਿਰ ਓਏ ਕਿੱਥੋਂ ਪਾਇਨ ਮੋਖ ਦੁਆਰਾ, ਮਰ ਮਰ ਜੰਮੇ ਫਿਰ ਆਵੇ, ਜਮਦਰ ਝੋਟਾ ਖਾਵਣਿਆ। ਸੋ ਇਹਨਾਂ ਪੰਕਤੀਆਂ ਦਾ ਅਰਥ ਹੈ ਕਿ ਧਰਮਰਾਜ ਦੀ ਪੁਰੀ ਵਿੱਚ ਜਾਣ ਵਾਸਤੇ ਧਰਮੀ ਲੋਕਾਂ ਨੂੰ ਬਹੁਤ ਸੌਖੇ ਤਰੀਕੇ ਨਾਲ ਅਤੇ ਬੜੀ ਹੀ ਇੱਜ਼ਤ ਮਾਣ ਸਨਮਾਨ ਦੇ ਨਾਲ ਲੈ ਜਾਇਆ ਜਾਂਦਾ। ਕਹਿੰਦੇ ਹਨ ਕਿ ਧਰਮੀ ਲੋਕਾਂ ਵਾਸਤੇ ਧਰਮਰਾਜ ਨੇ ਬੜੇ ਖੁੱਲ੍ਹੇ ਅਤੇ ਵੱਡੇ 3 ਦਰਵਾਜ਼ੇ ਰੱਖੇ ਹਨ। ਉਹਨਾਂ ਦਰਵਾਜ਼ਿਆਂ ਉੱਤੇ ਫੁੱਲਾਂ ਦੀ ਖੁਸ਼ਬੂਦਾਰ, ਉਹਨਾਂ ਦਰਵਾਜ਼ਿਆਂ ਉੱਤੇ ਫੁੱਲਾਂ ਦੀ ਖੁਸ਼ਬੂ ਨਾਲ ਤੇ ਨਾਦਾਂ ਦੇ ਰਾਗਾਂ ਨਾਲ ਧਰਮੀ ਮਨੁੱਖਾਂ ਦਾ ਸਨਮਾਨ ਕੀਤਾ ਜਾਂਦਾ। ਧਰਮ ਰਾਏ ਦਰ ਕਾਗਦ ਫਾਰੇ, ਜਨ ਨਾਨਕ ਲੇਖਾ ਸਮਝੀ ਵਾਲੀ ਗੱਲ ਹੋ ਜਾਂਦੀ, ਜਨ ਨਾਨਕ ਲੇਖਾ ਸਮਝਾ ਵਾਲੀ ਗੱਲ ਹੋ ਜਾਂਦੀ ਹੈ। ਧਰਮਰਾਜ ਧਰਮੀਆਂ ਦੇ ਲੇਖੇ ਨੂੰ ਪੜ੍ਹ ਕੇ ਸਮਝ ਜਾਂਦਾ ਅਤੇ ਉਹਨਾਂ ਨਾਲ ਕੋਈ ਹਿਸਾਬ ਕਿਤਾਬ ਨਹੀਂ ਕਰਦਾ, ਬਲਕਿ ਉਹਨਾਂ ਦੇ ਲੇਖੇ ਵਾਲੇ ਕਾਗਜ਼ ਪਾੜ ਹੀ ਦਿੰਦਾ। ਪਰ ਮਨਮੁਖ ਜੀਵ ਵਾਰ-ਵਾਰ ਧਰਮ ਰਾਜ ਦੇ ਦਰਬਾਰ ਵਿੱਚ ਆਉਂਦੇ ਹਨ ਅਤੇ ਵਾਰ-ਵਾਰ ਜਾਂਦੇ ਹਨ, ਭਾਵ ਜੋਨੀਆਂ ਵਿੱਚ ਭਟਕਦੇ ਹਨ। ਮਨਮੁਖ ਵਾਰੀ-ਵਾਰੀ ਜਮਦੂਤਾਂ ਦੀ ਮਾਰ ਖਾਂਦੇ ਹਨ ਅਤੇ ਜਨਮ ਮਰਨ ਦਾ ਦੁੱਖ ਝੱਲਦੇ ਹਨ। ਧਰਮ ਰਾਜ ਦੇ ਅਤੇ ਦੁਨੀਆ ਦੇ ਜਿੰਨੇ ਵੀ ਨਰਕ ਹਨ, ਧਰਮ ਰਾਜ ਦੇ ਅਤੇ ਦੁਨੀਆ ਦੇ, ਦੇਖੋ ਧਰਮ ਰਾਜ ਤੇ ਦੁਨੀਆ ਦੀ ਗੱਲ ਆਪਾਂ ਤਾਂ ਕਰਦੇ ਵੀ ਜਿਹੜੇ ਧਰਮ ਰਾਜ ਨੇ ਜਿਹੜੇ ਨਰਕ ਬਣਾਏ ਹੋਣ ਉਹ ਵੱਖਰੇ ਆ, ਜਿਹੜੇ ਮਰਨ ਤੋਂ ਬਾਅਦ ਮਨੁੱਖ ਨੂੰ ਸਜ਼ਾ ਮਿਲਦੀ ਹੈ। ਪਰ ਦੁਨੀਆ ਦੇ ਨਰਕ ਵੀ ਹਨ। ਕਿੰਨੇ ਨਰਕ ਤੁਸੀਂ ਦੇਖਦੇ ਹੋ, ਮਨੁੱਖ ਇਹੋ ਜਿਹੇ ਨਰਕ ਭੋਗੀ ਜਾਂਦੇ, ਮੰਜਿਆਂ ਬਿਸਤਰਿਆਂ 'ਤੇ ਪਏ ਹੋਏ ਆ, 15-15 10-10 ਸਾਲ ਹੋ ਗਏ, ਪਿਆਂ ਦੇ ਮੂੰਹ ਵਿੱਚ ਪਾਣੀ ਪਾਈ ਜਾਂਦੇ ਆ, ਖਾਣਾ ਪਾਈ ਜਾਂਦੇ ਆ, ਪਿਆਂ ਦੇ ਹੀ ਗਿੱਲਾ ਤੌਲੀਆ ਮਾਰ ਦਿੰਦੇ ਆ, ਕਈਆਂ ਦੀਆਂ ਲੱਤਾਂ ਬਾਹਾਂ ਵੱਡੀਆਂ ਪਏ ਨਰਕ ਭੋਗੀ ਜਾਂਦੇ ਆ, ਕੋਈ ਬਿਮਾਰੀ ਕਰਕੇ ਨਰਕ ਭੋਗੀ ਜਾਂਦਾ। ਇਹ ਦੁਨੀਆ ਦੇ ਨਰਕ ਹੈ। ਧਰਮ ਰਾਜ ਦੇ ਤੇ ਦੁਨੀਆ ਦੇ ਜਿੰਨੇ ਵੀ ਨਰਕ ਹਨ ਉਹ ਸਾਰੇ ਮਨਮੁਖੀ ਭੋਗਦੇ ਹਨ, ਪਰ ਗੁਰਮੁਖਾਂ ਨੂੰ ਉਹਨਾਂ ਨਰਕਾਂ ਦਾ ਰੱਤੀ ਭਰ ਵੀ ਸੇਕ ਨਹੀਂ ਲੱਗਦਾ। ਗਿਆਨ ਤੋਂ ਹੀਣਾ, ਅਗਿਆਨ ਵਿੱਚ ਅੰਨਾ ਹੋਇਆ ਮੂਰਖ ਅਤੇ ਪਸ਼ੂ ਬਿਰਤੀ ਵਿੱਚ ਖਚਿਤ ਹੋਇਆ ਗਵਾਰ ਜੀਵ ਸਤਿਗੁਰੂ ਪਰਮੇਸ਼ਰ ਦੇ ਨਾਮ ਦਾ ਸਿਮਰਨ ਨਹੀਂ ਕਰਦਾ। ਇਹੋ ਜਿਹਾ ਮਨੁੱਖ ਫਿਰ ਮੁਕਤੀ ਦਾ ਦੁਆਰਾ ਕਿੱਥੋਂ ਪਾ ਸਕਦਾ ਬਈ? ਇਹੋ ਜਿਹੇ ਮਨੁੱਖ ਮਰ ਕੇ ਜੰਮਦੇ ਹਨ, ਮੁੜ ਕੇ ਉਹਨਾਂ ਦਾ ਜਮਪੁਰੀ ਵਿੱਚ ਆਉਣਾ ਜਾਣਾ ਬਣਿਆ ਰਹਿੰਦਾ। ਉਹ ਜਮਾਂ ਦੇ ਦਰ ਦੀਆਂ ਚੋਟਾਂ ਹਰ ਵਾਰ ਹੀ ਖਾਂਦੇ ਆ। ਸੋ ਪਿਆਰੀ ਸਾਧ ਸੰਗਤ ਜੀ, ਇਸ ਲੇਖ ਵਿੱਚ, ਇਸ ਵਿਚਾਰ ਦੇ ਵਿੱਚ ਜੋ ਵਰਣਨ ਕੀਤੇ ਗਏ ਹਨ 8 ਪੜਾਅ, ਜੋ ਜਮਦੂਤਾਂ ਵੱਲੋਂ ਮਨੁੱਖ ਦੇ ਸਥੂਲ ਸਰੀਰ ਵਿੱਚੋਂ ਸੂਖਸ਼ਮ ਸਰੀਰ ਨੂੰ ਕੱਢ ਕੇ, ਭਾਵ ਪ੍ਰਾਣਾਂ ਨੂੰ ਕੱਢ ਕੇ ਜੀਵ ਦੇ ਸੂਖਸ਼ਮ ਸਰੀਰ ਭਾਵ ਜੀਵ ਆਤਮਾ ਜਾਂ ਪ੍ਰਾਣ ਰੂਪੀ ਸਰੀਰ, ਐਵੇਂ ਕਹਿ ਲਓ, ਸੂਖਸ਼ਮ ਸਰੀਰ ਕਹਿ ਲਓ ਜਾਂ ਜੀਵ ਆਤਮਾ ਕਹਿ ਲਓ ਜਾਂ ਪ੍ਰਾਣ ਰੂਪੀ ਸਰੀਰ ਕਹਿ ਲਓ, ਇਸ ਨੂੰ ਕੱਢ ਕੇ ਰਸਤੇ ਵਿੱਚ
8 ਤਰੀਕਿਆਂ ਨਾਲ ਦੁੱਖ ਤਕਲੀਫ ਦਿੰਦੇ ਹਨ। ਇਹ ਹਿੰਦੂ ਧਰਮ ਦੇ ਧਾਰਮਿਕ ਗ੍ਰੰਥਾਂ ਦਾ ਵਿਖਿਆਨ ਹੈ ਅਤੇ ਉਹਨਾਂ ਦਾ ਇਸ ਦੇ ਵਿੱਚ ਪੂਰਨ ਵਿਸ਼ਵਾਸ ਹੈ। ਪਰ ਇਹ ਸੱਚ ਹੈ ਕਿ ਜੋ ਜੀਵ ਪੈਦਾ ਹੋਇਆ ਉਸਨੇ ਇੱਕ ਦਿਨ ਮਰਨਾ ਜ਼ਰੂਰ ਹੈ। ਇਹ ਵੀ ਸੱਚ ਹੈ ਕਿ ਜਿਵੇਂ ਗੁਰਾਂ ਜੀ ਦਾ ਬਚਨ ਹੈ ਕਿ ਜੋ ਜਮ ਆਏ ਕੇਸ ਗਹਿ ਪਟਕੈ ਤਾਂ ਦਿਨ ਕਿਛ ਨ ਬਸਾਹੇਗਾ, ਸਿਮਰਨ ਭਜਨ ਦਇਆ ਨੀ ਕੀਨੀ ਤੋ ਮੁਖ ਚੋਟਾ ਖਾਹੇਗਾ। ਅੱਗੇ ਹੋਰ ਵੀ ਕਿਹਾ ਸਤਿਗੁਰੂ ਜੀ ਨੇ ਇਸੇ ਸ਼ਬਦ ਵਿੱਚ, ਧਰਮ ਰਾਏ ਜਬ ਲੇਖਾ ਮੰਗੈ ਤਿਆ ਕਿਆ ਮੁਖ ਲੈ ਕੇ ਜਾਹੇਗਾ, ਕਹਿਤ ਕਬੀਰ ਸੁਨੋਹਰੇ ਸੰਤੋ ਸਾਧ ਸੰਗਤ ਤਰ ਜਾਹੇਗਾ। ਫਿਰ ਅੱਗੇ ਹੋਰ ਵਿਚਾਰ ਹੈ ਸਤਿਗੁਰਾਂ ਦਾ, ਧਰਮ ਰਾਏ ਜਬ ਲੇਖਾ ਮੰਗੈ ਬਾਕੀ ਨਿਕਸੀ ਭਾਰੀ, ਪੰਜ ਕਿਰਸਾਨਵਾ ਭਾਗ ਗਏ ਲੈ ਬਾਧਿਓ ਜੀਓ ਦਰਬਾਰੀ। ਲੈ ਬਾਧਿਓ ਜੀਓ ਦਰਬਾਰੀ। ਫਿਰ ਅੱਗੇ ਹੋਰ ਪ੍ਰਮਾਣ ਹੈ ਗੁਰਬਾਣੀ ਦਾ, ਦੇ ਕਵਾੜ ਅਣਕ ਪੜ੍ਹਦੇ ਮਹੇ ਪਰਦਾਰਾ ਸੰਗ ਫਾਕੈ, ਚਿੱਤਰ ਗੁਪਤ ਜਬ ਲੇਖਾ ਮੰਗੇ ਤਬ ਕੌਣ ਪੜਦਾ ਤੇਰਾ ਢਾਕਾ। ਤਬ ਕੌਣ ਪੜਦਾ ਤੇਰਾ ਢਾਕਾ, ਹੈ ਨਾ। ਸੋ ਸਤਿਗੁਰਾਂ ਨੇ ਦੇਖੋ ਇਹ 3 ਪ੍ਰਮਾਣ ਦਿੱਤੇ ਆ। ਸੋ ਇਹਨਾਂ ਸਾਰੀਆਂ ਗੱਲਾਂ ਦਾ ਇੱਕੋ ਹੀ ਸੱਚ ਹੈ ਕਿ ਮਨੁੱਖ ਸਰੀਰ ਵਿੱਚੋਂ ਮਨੁੱਖ ਦੇ ਸਰੀਰ ਵਿੱਚੋਂ ਜਾਨ ਕੱਢਣ ਵਾਸਤੇ ਜਮਦੂਤ ਆਉਂਦੇ ਆ। ਇਹ ਸੱਚੀ ਗੱਲ ਆ ਨਾ, ਗੁਰਬਾਣੀ ਵੀ ਇਹ ਗੱਲ ਕਹਿੰਦੀ ਹੈ। ਹਿੰਦੂ ਰੀਤੀ ਦੇ ਵਿੱਚ ਭਾਵੇਂ ਜੋ ਵੀ ਲਿਖਿਆ ਉਹ ਉਹਨਾਂ ਦਾ ਆਪਣਾ ਵਿਸ਼ਵਾਸ ਤੇ ਆਪਣੀ ਸ਼ਰਧਾ ਹੈ, ਪਰ ਬਹੁਤ ਸਾਰੀਆਂ ਗੱਲਾਂ ਮੈਚ ਕਰਦੀਆਂ। ਗੁਰਬਾਣੀ ਨੇ ਵੀ ਇਹ ਗੱਲ ਕਹੀ ਹੈ ਕਿ ਸਰੀਰ ਵਿੱਚੋਂ ਜਾਨ ਕੱਢਣ ਵਾਸਤੇ ਜਮਦੂਤ ਆਉਂਦੇ ਆ ਅਤੇ ਕੇਸਾਂ ਤੋਂ ਫੜ ਕੇ ਉਸ ਦੀ ਜਾਨ ਨੂੰ ਪਟਕਾ ਕੇ ਮਾਰਦੇ ਹਨ, ਭਾਵ ਜਾਨ ਨੂੰ ਰਗੜ ਕੇ ਸਰੀਰ ਵਿੱਚੋਂ ਬਾਹਰ ਕੱਢਦੇ ਹਨ। ਫਿਰ ਮਨੁੱਖ ਕੁਝ ਦਿਨ ਵੀ ਇੱਥੇ ਨਹੀਂ ਰਹਿ ਸਕਦਾ। ਮਨੁੱਖ ਨੇ ਜੇ ਭਜਨ ਸਿਮਰਨ ਨਹੀਂ ਕੀਤਾ ਹੁੰਦਾ, ਇਸ ਲਈ ਉਹਨਾਂ ਨੂੰ ਆਪਣੇ ਮੂੰਹ ਉੱਤੇ ਜਮਾਂ ਦੀ ਮਾਰ ਖਾਣੀ ਪੈਂਦੀ ਹੈ। ਵਰਨਾ ਕੌਣ ਕਿਸੇ ਨੂੰ ਆਪਣੇ ਮੂੰਹ ਉੱਤੇ ਥੱਪੜ ਮਾਰਨ ਦਿੰਦਾ ਹੈ। ਜੇ ਗੁਨਾਹਗਾਰ ਹੈ ਤਾਂ ਫਿਰ ਹੀ ਕੋਈ ਕਿਸੇ ਦਾ ਮਾਰਿਆ ਥੱਪੜ ਬਰਦਾਸ਼ਤ ਕਰ ਸਕਦਾ। ਅਸੀਂ ਗੁਨਾਹਗਾਰ ਹਾਂ ਜਮਦੂਤਾਂ ਦੇ ਸਾਹਮਣੇ, ਇਸ ਕਰਕੇ ਸਾਡੇ ਮੂੰਹ 'ਤੇ ਜਮਦੂਤ ਥੱਪੜ ਮਾਰਦੇ ਹਨ। ਤੋ ਮੁਖ ਚੋਟਾਂ ਖਾਏਗਾ, ਆਪਣੇ ਮੂੰਹ 'ਤੇ ਜਮਾਂ ਦੀ ਮਾਰ ਖਾਏਗਾ। ਸਹੀ ਗੱਲ ਹੈ ਨਾ। ਸੋ ਇਸ ਤਰ੍ਹਾਂ ਤਾਂ ਗੁਰੂ ਜੀ ਇਸ ਤਰ੍ਹਾਂ ਦੇ ਬਚਨ ਕਰਦੇ ਹਨ। ਸੋ ਮਨੁੱਖ ਆਪਣੇ ਪਾਪ, ਕੁਕਰਮ, ਅਹੰਕਾਰ, ਜੀਵ ਹੱਤਿਆ, ਨਿੰਦਿਆ ਚੁਗਲੀ ਅਤੇ ਬੁਰੀ ਸੰਗਤ ਦੇ ਫਲ ਕਰਕੇ ਹੀ ਇਹਨਾਂ 9 ਪੜਾਵਾਂ ਦੀ ਸਜ਼ਾ ਪਾਉਂਦਾ ਹੈ। ਸ਼ੇਰਾਂ ਦੇ ਵਾਸੇ ਵਾਲੀ ਭਿਆਨ ਧਰਤੀ ਦਾ ਡਰ, ਕੰਡਿਆਲੇ ਰਸਤੇ ਦਾ ਡਰ, ਤੱਤੀ ਰੇਤ ਵਾਲੇ ਰਸਤੇ ਦਾ ਡਰ, ਬੇਅੰਤ ਜਲ ਵਾਲੀ ਥਾਂ ਦਾ ਡਰ, ਹਨੇਰੇ ਵਾਲੇ ਰਸਤੇ ਦਾ ਡਰ, ਉੱਚੇ ਨੀਵੇਂ ਰਸਤੇ ਦਾ ਡਰ, ਹਜ਼ਾਰਾਂ ਸੂਰਜਾਂ ਦੀ ਤਪਸ਼ ਵਾਲੀ ਧਰਤੀ ਦਾ ਡਰ, ਮਿੱਝ ਪਾਕ ਤੇ ਖੂਨ ਨਾਲ ਵਗਦੀ ਨਦੀ ਦਾ ਡਰ। ਇਹ ਸਾਰੇ ਡਰ ਉਹਨਾਂ ਵਾਸਤੇ ਹੈ ਜੋ ਮਾੜੇ ਕਰਮਾਂ ਵਾਲੇ ਜੀਵ ਹੁੰਦੇ ਹਨ। ਇਹ ਰਸਤਾ ਉਹਨਾਂ ਵਾਸਤੇ ਹੈ ਜੋ ਆਪਣੀ ਜੀਵਨ ਕਾਲ ਵਿੱਚ ਕੋਈ ਚੰਗਾ ਕੰਮ ਨਹੀਂ ਕਰਦੇ। ਜੀਵਾਂ ਦੇ ਬੁਰੇ ਕਰਮਾਂ ਦੇ ਫਲ ਪਰਥਾਏ ਗੁਰੂ ਜੀ ਗੁਰਬਾਣੀ ਵਿੱਚ ਇੱਕ ਹੋਰ ਬਚਨ ਕਰਦੇ ਹਨ, ਪੁਰਸ ਲਾਤ ਕਾ ਬੰਧ ਦੁਹੇਲਾ, ਸੰਗ ਨ ਸਾਥੀ ਗਵਨ ਅਕੇਲਾ। 793 ਤੇ ਸਤਿਗੁਰਾਂ ਦਾ ਬਚਨ ਹੈ ਇਹ, ਪੁਰਸ ਲਾਤ ਕਾ ਬੰਧ ਦੁਹੇਲਾ, ਸੰਗ ਨ ਸਾਥੀ ਗਵਨ ਅਕੇਲਾ। ਭਾਵ ਕਿ ਦੁਨੀਆ ਦੇ ਦੁੱਖ ਵੀ ਨਰਕਾਂ ਦੀ ਅੱਗ ਉੱਪਰਲੇ ਪੁਲ ਵਰਗੇ ਹਨ। ਦੁਨੀਆ ਦੇ ਦੁੱਖ ਵੀ ਨਰਕਾਂ ਦੀ ਅੱਗ ਉੱਪਰਲੇ ਪੁਲ ਵਰਗੇ ਹਨ। ਪੁਰਸਲਾਤ ਜਿਹਨੂੰ ਕਹਿੰਦੇ ਆਪਾਂ, ਪੁਰਸਲਾਤ। ਜਿਸ ਤਰ੍ਹਾਂ ਪੁਰਸਲਾਤ ਵਾਲੇ ਪੁਲ ਉੱਤੋਂ ਦੀ ਇਸ ਜਿੰਦ ਨੂੰ ਇਕੱਲਿਆਂ ਹੀ ਜਾਣਾ ਪੈਂਦਾ। ਉਸ ਸਮੇਂ ਇਸ ਨਾਲ ਕੋਈ ਨਹੀਂ ਜਾਂਦਾ। 18 ਨਰਕਾਂ ਦੇ ਵਿੱਚ ਇੱਕ ਪੁਰਸਲਾਤ ਪੁਲ ਹੈ। ਸੋ ਉਸ ਰਸਤੇ ਦੇ ਉੱਤੋਂ ਵੀ ਮਨੁੱਖ ਨੂੰ ਇਕੱਲੇ ਹੀ ਜਾਣਾ ਪੈਂਦਾ, ਜੀਵ ਆਤਮਾ ਨੂੰ ਇਕੱਲੇ ਹੀ ਜਾਣਾ ਪੈਂਦਾ।
ਮੁਸਲਮਾਨ ਮੰਨਦੇ ਹਨ ਕਿ ਪੁਰਸਲਾਤ ਇੱਕ ਪੁਲ ਹੈ, ਜੋ ਮੰਨਿਆ ਜਾਂਦਾ ਹੈ ਕਿ ਇਹ ਪੁਲ ਨਰਕਾਂ ਦੀ ਅਗਨੀ ਉੱਪਰ ਹੈ। ਨਰਕਾਂ ਦੀ ਜੋ ਅਗਨੀ ਹੈ ਥੱਲੇ ਬਲਦੀ ਹੈ, ਉਸ ਦੇ ਉੱਪਰ ਇਹ ਪੁਲ ਬਣਿਆ ਹੋਇਆ। ਇਹ ਪੁਲ ਵਾਲ ਭਾਵ ਕੇਸ਼ ਤੋਂ ਵੀ ਬਰੀਕ ਹੈ, ਤਲਵਾਰ ਦੀ ਧਾਰ ਤੋਂ ਤਿੱਖਾ ਹੈ। ਇਸ ਪੁਲ ਦੇ ਦੋਵੇਂ ਪਾਸੇ ਤਿੱਖੇ ਤਿੱਖੇ ਕੰਡੇ ਲੱਗੇ ਹੋਏ ਹਨ, ਜੋ ਪ੍ਰਾਣਾ ਰੂਪੀ ਸਰੀਰ ਨੂੰ ਇੱਧਰ ਉੱਧਰ ਹਿੱਲਣ ਨਹੀਂ ਦਿੰਦੇ। ਧਰਮੀ ਜੀਵੜੇ ਇਸ ਉੱਪਰੋਂ ਛੇਤੀ ਲੰਘ ਜਾਂਦੇ ਹਨ ਤੇ ਪਾਪੀ ਜੀਵ ਥੱਲੇ ਮੱਚਦੀ ਹੋਈ ਨਰਕ ਦੀ ਅੱਗ ਵਿੱਚ ਡਿੱਗ ਪੈਂਦੇ ਹਨ। ਮੁਸਲਮਾਨਾਂ ਨੇ ਇਸ ਪੁਲ ਦਾ ਖਿਆਲ ਪਾਰਸੀਆਂ ਪਾਸੋਂ ਲਿਆ। ਮੁਸਲਮਾਨਾਂ ਨੇ ਇਸ ਪੁਰਸਲਾਤ ਵਾਲੇ ਪੁਲ ਦਾ ਖਿਆਲ ਪਾਰਸੀਆਂ ਪਾਸੋਂ ਲਿਆ ਜਾਂ ਮੰਨਿਆ, ਕਹਿ ਲਓ, ਉਹਨਾਂ ਨੂੰ ਪੜ੍ਹ ਕੇ ਮੰਨਿਆ, ਕਿਉਂਕਿ ਪਾਰਸੀਆਂ ਨੇ ਇਸ ਪੁਲ ਦਾ ਨਾਮ ਚਿਨਵਨ ਪ੍ਰੇਤੂ ਦੱਸਿਆ। ਪਾਰਸੀ ਇਸ ਪੁਰਸਲਾਤ ਨਾਮ ਦੇ ਪੁਲ ਨੂੰ ਚਿਨਵਨ ਪ੍ਰੇਤੂ ਕਹਿੰਦੇ ਹਨ, ਜੋ ਪਾਰਸੀਆਂ ਮੁਤਾਬਕ ਪਰਲੋਕ ਦੇ ਵਿੱਚ ਮੰਨਿਆ ਜਾਂਦਾ ਹੈ। ਯਹੂਦੀ ਵੀ ਨਰਕਾਂ ਦਾ ਪੁਲ ਮੰਨਦੇ ਹਨ। ਪੁਰਸਲਾਤ ਦਾ ਅਰਥ ਹੈ ਪੁਲ ਸਿਰਾਤ, ਪੁਲ ਪਲੱਸ ਸਿਰਾਤ, ਪਰ ਬੋਲਣ ਦੇ ਵਿੱਚ ਇਹਨੂੰ ਪੁਲ ਸਿਰਾਤ ਨਹੀਂ ਕਹਿੰਦੇ, ਪੁਰਸਲਾਤ ਕਹਿੰਦੇ ਆ। ਪੁਲ ਪਲੱਸ ਸਿਰਾਤ ਭਾਵ ਨਰਕ, ਦੋਜ਼ਖ ਦਾ ਸਿਰਾਤ ਨਾਮ ਪੁਲ। ਸਿਰਾਤ ਪੁਲ ਨੂੰ ਕਹਿੰਦੇ ਹੈ, ਸਿਰਾਤ ਨਰਕ ਨੂੰ ਕਹਿੰਦੇ ਆ। ਸਿਰਾਤ ਪੁਲ ਨੂੰ ਕਹਿੰਦੇ ਤੇ ਨਰਕਾਂ ਦੋਜ਼ਖ ਦਾ ਪੁਲ। ਗੁਰਬਾਣੀ ਵਿੱਚ ਵੀ ਇਸ ਦਾ ਜ਼ਿਕਰ ਇਸ ਤਰ੍ਹਾਂ ਕੀਤਾ ਗਿਆ ਹੈ, ਜਿਵੇਂ ਪੁਰਸਲਾਤ ਕਾ ਬੰਧ ਦੁਹੇਲਾ, ਪੁਰਸਲਾਤ ਕਾ ਬੰਧ ਦੁਹੇਲਾ। ਫਿਰ ਅੱਗੇ ਹੋਰ ਵੀ ਲਿਖਿਆ ਵਾਲਹੁ ਨਿੱਕੀ ਪੁਰਸਲਾਤ। ਇਸ ਤਰ੍ਹਾਂ ਦੇ ਸ਼ਬਦ ਗੁਰਬਾਣੀ ਦੇ ਵਿੱਚ ਵੀ ਹੈਗੇ ਆ ਪੁਰਸਲਾਤ ਦੇ ਪ੍ਰਤੀ। ਪੁੰਨ ਧਰਮ ਕਰਨ ਵਾਲਿਆਂ ਵਾਸਤੇ, ਪ੍ਰਭੂ ਦਾ ਨਾਮ ਜਪਣ ਵਾਲਿਆਂ ਵਾਸਤੇ ਇਹ ਰਸਤਾ ਨਹੀਂ ਹੈ। ਧਰਮੀ ਲੋਕਾਂ ਨੂੰ ਜਮਦੂਤ ਨਹੀਂ, ਦੇਵਗਣ ਲੈਣ ਆਉਂਦੇ ਆ ਅਤੇ ਬੜੇ ਸਤਿਕਾਰ ਦੇ ਨਾਲ ਬਿਬਾਨ ਉੱਤੇ ਬਿਠਾ ਕੇ ਲੈ ਜਾਂਦੇ ਆ। ਗੁਰੂ ਜੀ ਗੁਰਬਾਣੀ ਅੰਦਰ ਵਿਖਿਆਨ ਕਰਦੇ ਹਨ ਕਿ ਜੀਵ ਭਾਵੇਂ ਕਿੰਨੇ ਹੀ ਕਰਮਕਾਂਡ ਕਰ ਲਵੇ, ਪਰ ਉਹ ਪ੍ਰਭੂ ਭਗਤੀ ਤੋਂ ਬਿਨਾਂ ਪਾਪਾਂ ਦੇ ਫਲ ਤੋਂ ਬਚ ਨਹੀਂ ਸਕਦਾ। ਸਤਿਗੁਰੂ ਜੀ ਦਾ ਬਚਨ ਹੈ ਕਿ ਜਿਵੇਂ ਅਨਕ ਪੁਨਿ ਚਰਨ ਕਰਤ ਨਹੀਂ ਤਰੈ, ਅਨਕ ਪੁਨਿ ਚਰਨ ਕਰਤ ਨਹੀਂ ਤਰੈ, ਹਰ ਕੋ ਨਾਮ ਕੋਟ ਪਾਪ ਪਰ ਹਰੈ। ਗੁਰਮੁਖ ਨਾਮ ਜਪਹੁ ਮਨ ਮੇਰੇ, ਨਾਨਕ ਪਾਵਹੁ ਸੁਖ ਕਨੇਰੀ। ਸੁਖਮਨੀ ਸਾਹਿਬ। ਭਾਵ ਕਿ ਅਨੇਕਾਂ ਧਾਰਮਿਕ ਰਸਮਾਂ ਕਰਕੇ ਵੀ ਮਨੁੱਖ ਪਾਪਾਂ ਦੇ ਫਲ ਤੋਂ ਨਹੀਂ ਬਚ ਸਕਦਾ, ਪਰ ਪ੍ਰਭੂ ਵਾਹਿਗੁਰੂ ਦਾ ਨਾਮ ਕਰੋੜਾਂ ਪਾਪਾਂ ਦਾ ਨਾਸ਼ ਕਰ ਦਿੰਦਾ ਹੈ। ਇਸ ਕਰਕੇ ਇਹ ਮੇਰੇ ਮਨ ਗੁਰੂ ਦੀ ਸ਼ਰਨ ਪੈ ਕੇ ਅਤੇ ਗੁਰਮੁਖਾਂ ਦੀ ਸੰਗਤ ਕਰਕੇ ਪ੍ਰਭੂ ਦਾ ਨਾਮ ਜਪ, ਤਾਂ ਕਿ ਨਾਮ ਦੀ ਬਰਕਤ ਨਾਲ ਤੂੰ ਸਦਾ ਹੀ ਸੁੱਖ ਪਾਉਂਦਾ ਰਹੇ। ਸੋ ਗੁਰੂ ਪਿਆਰੀ ਸਤ ਸੰਗਤ ਜੀ, ਇਸ ਤਰ੍ਹਾਂ ਆਪਾਂ 8 ਪੜਾਵਾਂ ਦੀ ਵਿਚਾਰ ਸਰਵਣ ਕੀਤੀ ਆ। ਸੋ ਇਹ ਪਾਰਟ 2 ਸੀ ਜੋ ਸਰਵਣ ਕਰ ਰਹੇ ਹਾਂ ਵਿਚਾਰ ਨੂੰ। ਸਾਡੀ ਵਿਚਾਰ ਸੀ ਕਿ ਮੌਤ ਦੇ ਬਾਅਦ ਕੀ ਹੁੰਦਾ, ਇਸ ਦਾ ਪਾਰਟ 2 ਆਪਾਂ ਸਰਵਣ ਕੀਤਾ, ਜਿਸ ਦੇ ਵਿੱਚ ਬਾਕੀ ਪੜਾਵਾਂ ਦੀ ਵਿਆਖਿਆ ਵਿਚਾਰ ਸਰਵਣ ਕੀਤੀ ਹੈ, ਪੁਰਾਣਾਂ ਦੇ ਅਨੁਸਾਰ ਪ੍ਰਮਾਣ ਦੇ ਕੇ ਅਤੇ ਗੁਰਬਾਣੀ ਦੇ ਗੁਰਮਤਿ ਦੇ ਅਨੁਸਾਰ ਪ੍ਰਮਾਣ ਦੇ ਕੇ ਆਪ ਜੀ ਨੂੰ ਸਰਵਣ ਕਰਾਇਆ ਗਿਆ। ਉਮੀਦ ਹੈ ਕਿ ਸਾਰਿਆਂ ਨੂੰ ਇਹ ਵਿਚਾਰ ਚੰਗੀ ਲੱਗੇਗੀ, ਪਸੰਦ ਆਏਗੀ। ਸੋ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।